ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਏ ਕਰ ਜੋੜ ਕਰੋ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਨ ਦੇਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਹਰ ਹੱਥ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਨਾਸ। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲੇਖ ਨਾ ਮਿਟਾਈ ਏ ਸਖੀ ਜੋ ਲਿਖਿਆ ਕਰਤਾਰ। ਆਪੇ ਕਾਰਨ ਜਿਨ ਕੀਆ ਕਰ ਕਿਰਪਾ ਪਗ ਧਾਰ। ਲੇਖ ਨਾ ਮਿਟਾਈ ਹੈ ਸਕੀ ਜੋ ਲਿਖਿਆ ਕਰਤਾਰ। ਆਪੇ ਕਾਰਨ ਜਿਨ ਕੀਆ ਕਰ ਕਿਰਪਾ ਪਗ ਧਾਰ। ਕਰਤੇ ਹੱਥ ਵਡਿਆਈਆ ਬੂਝਹੁ ਗੁਰ ਵਿਚਾਰ। ਲਿਖਿਆ ਫੇਰ ਨਾ ਸਕੀਐ ਜਿਉ ਭਾਵੀ ਤਿਉ ਸਾਰ। ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ। ਮਨ ਮੁਖ ਭੁੱਲੇ ਪਟ ਹੋਏ ਉਬਰੇ ਗੁਰ ਵਿਚਾਰ। ਜੇ ਪੁਰਖ ਨਦਰ ਨਾ ਆਵਈ ਤਿਸ ਕਾ ਕਿਆ ਕਰ ਕਹਿਆ ਜਾਏ। ਬਲਿਹਾਰੀ ਗੁਰ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ। ਜੇ ਪੁਰਖ ਨਦਰ ਨਾ ਆਵਈ ਤਿਸ ਕਾ ਕਿਆ ਕਰ ਕਹਿਆ ਜਾਏ। ਬਲਿਹਾਰੀ ਗੁਰ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਕਿਰਪਾਲਤਾ ਬਖਸ਼ਿਸ਼ ਦਾ ਸਦਕਾ ਆਪ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ
ਹਾਜ਼ਰੀ ਭਰਦੇ ਹੋਏ ਚੱਲ ਰਹੀ ਸਥਾਨ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਸੋਹਣੇ ਪ੍ਰਕਾਸ਼ ਹੋਏ ਹਨ। ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਸੰਪੂਰਨ ਕੀਰਤਨ ਹਰਿਦਸ ਔਰ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੱਖਣੀ ਓਂਕਾਰ ਨਾਮ ਦੀ ਬਾਣੀ ਵਿੱਚੋਂ ਆਪ ਸਾਰੀਆਂ ਸੰਗਤਾਂ ਸ਼ਰਵਣ ਕਰਦੇ ਆ ਰਹੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜੋ ਅਪਾਰ ਪੁਰਬ ਹਨ, ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਵਿੱਚ ਮਨਾਏ ਜਾ ਰਹੇ ਹਨ। ਬਾਕੀ ਸਥਾਨਾਂ 'ਤੇ ਵੀ ਇਸੇ ਯਾਦ ਵਿੱਚ ਸੰਗਤਾਂ ਹਰੀ ਜਸ ਕਰਦੀਆਂ ਹਨ। ਰਾਗੀ ਸਿੰਘਾਂ ਨੇ ਵੀ ਬੜੀ ਸ਼ਰਧਾ ਦੇ ਨਾਲ ਪੱਟਾਂ ਦੇ ਸਵਈਆਂ 'ਚੋਂ ਗੁਰੂ ਮਹਾਰਾਜ ਦੀ ਉਸਤਤ ਰੂਪੀ ਸ਼ਬਦ ਪੜ੍ਹਿਆ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਹੁਕਮਾਂ ਤੋਹੇ ਬਣ ਆਵੈ। ਆਪ ਜੀ ਪਹਿਲੀ ਅਵਸਥਾ ਵਿੱਚ 21 ਵਾਰ ਤੀਰਥਾਂ ਦੀ ਯਾਤਰਾ ਕਰਦੇ ਕਰਾਉਂਦੇ ਰਹੇ। ਫਿਰ ਬੀਬੀ ਅਮਰੋ ਜੋ ਸ਼੍ਰੀ ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਸੀ, ਸ਼੍ਰੀ ਗੁਰੂ ਅਮਰਦਾਸ ਸਾਹਿਬ ਦੇ ਪਰਿਵਾਰ ਵਿੱਚ ਭਾਈ ਜੱਸੇ ਨਾਲ ਉਹਨਾਂ ਦੀ ਸ਼ਾਦੀ ਹੋਈ ਸੀ। ਅੰਮ੍ਰਿਤ ਵੇਲੇ ਦਹੀਂ ਰਿੜਕਦਿਆਂ ਬਾਣੀ ਸਰਵਣ ਕਰਕੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਮਨ 'ਤੇ ਬੜਾ ਗਹਿਰਾ ਅਸਰ ਹੋਇਆ। ਫਿਰ ਬੀਬੀ ਜੀ ਦੀ ਪ੍ਰੇਰਨਾ ਸੰਗਤ ਦੁਆਰਾ ਆਪ ਜੀ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਖਡੂਰ ਸਾਹਿਬ ਦੀ ਧਰਤੀ 'ਤੇ ਆਏ। ਗੁਰੂ ਮਹਾਰਾਜ ਨੇ ਦੁਨਿਆਵੀ ਰਿਸ਼ਤਾ ਜਾਣ ਕੇ ਬੜਾ ਸਤਿਕਾਰ ਕੀਤਾ, ਪਰ ਆਪ ਜੀ ਨੇ ਇਹਨਾਂ ਰਿਸ਼ਤਿਆਂ ਤੋਂ ਉੱਪਰ ਉੱਠ ਕੇ ਸੇਵਕ ਵਾਲਾ ਰਿਸ਼ਤਾ ਜੋੜਿਆ ਔਰ ਆਪ ਸੇਵਾ ਮੰਗ ਕੇ ਲਈ ਔਰ ਗੁਰੂ ਮਹਾਰਾਜ ਦੇ ਇਸ਼ਨਾਨ ਦੀ ਸੇਵਾ, ਹਜ਼ੂਰੀ ਸੇਵਾ, ਲੰਗਰਾਂ ਦੀ ਸੇਵਾ, ਸੰਗਤ ਦੀ ਸੇਵਾ ਕਰਕੇ ਖੁਸ਼ੀਆਂ ਲਈਆਂ ਔਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਬਿਰਾਜਮਾਨ ਹੋਏ ਔਰ ਬੋਂਦੇ ਮਰਵਾਜੇ ਦੀ ਬੇਨਤੀ ਤੋਂ ਬਦਰੋਂ ਦਾ ਉਜਾੜਿਆ ਹੋਇਆ ਨਗਰ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੇ ਅਸ਼ੀਰਵਾਦ ਦੁਆਰਾ ਵਸਾਇਆ। ਪਰਮਾਤਮਾ ਦੇ ਨਾਂ 'ਤੇ ਇਹਦਾ ਨਾਮ ਗੋਇੰਦਵਾਲ ਰੱਖਿਆ। 84 ਪਟ ਤੀਰਥ ਲਾਇਆ, ਸੰਗਤ ਪੰਗਤ ਦੀ ਮਰਜ਼ਾਦਾ ਚਲਾਈ ਔਰ ਸਤੀ ਦੀ ਜੋ ਪ੍ਰਥਾ ਸੀ ਅਕਬਰ ਨੂੰ ਕਹਿ ਕੇ ਬੰਦ ਕਰਾਈ। ਕਾਲ ਪਿਆ ਹੋਇਆ ਸੀ ਤੇ ਲੋਕਾਂ ਦਾ ਹਾਲੀਆ ਮਾਮਲਾ ਮਾਫ ਕਰਾਇਆ ਔਰ ਅਕਬਰ ਬਾਦਸ਼ਾਹ ਗੁਰੂ ਮਹਾਰਾਜ ਦੇ ਚਰਨਾਂ 'ਚ ਦਰਸ਼ਨ ਲਈ ਪਹੁੰਚਿਆ। ਲੰਗਰ ਦੀ ਸਮਾਨਤਾ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਔਰ ਕੁਝ ਜ਼ਮੀਨ ਦਾ ਪਟਾ ਲੰਗਰ ਵਾਸਤੇ ਹਾਜ਼ਰ ਕੀਤਾ, ਪਰ ਮਹਾਰਾਜ ਨੇ ਪ੍ਰਵਾਨਗੀ ਨਹੀਂ ਦਿੱਤੀ। ਇਹ ਲੰਗਰ ਗੁਰੂ ਦਾ ਦੀ ਸੰਗਤ ਦਾ ਹੈ, ਪਰ ਬੜਾ ਸਿਆਣਾ ਸੀ। 84 ਪਿੰਡਾਂ ਦਾ ਜੋ ਪਟਾ ਸੀ ਉਹ ਬੀਬੀ ਭਾਨੀ ਜੀ ਦੇ ਨਾਮ ਕੀਤਾ ਔਰ ਫਿਰ ਬਾਬਾ ਬੁੱਢਾ ਸਾਹਿਬ ਸਾਰੀ ਕਾਸ਼ਤ ਸੇਵਾ ਕਰਕੇ ਲੰਗਰ ਵਿੱਚ ਸਾਰੀ ਸੇਵਾ ਪਹੁੰਚਾਉਂਦੇ ਸੀ
ਕਿ ਬੀੜ ਸਾਹਿਬ ਦਾ ਜੋ ਸਥਾਨ ਇੱਥੇ ਉਹਨਾਂ ਨੇ ਪੜਾ ਰੱਖਿਆ, ਇਹ ਸਾਰੀ ਸੇਵਾ ਉਹਨਾਂ ਦੇ ਜਿੰਮੇ ਸੀ। ਔਰ ਇਸੇ ਤਰ੍ਹਾਂ ਫਿਰ ਇਹਨਾਂ ਪੰਡਤ ਲੋਕਾਂ ਜਾਂ ਮੌਲਵੀਆਂ ਕਾਜ਼ੀਆਂ ਨੇ ਅਕਬਰ ਕੋਲ ਸ਼ਿਕਾਇਤ ਕੀਤੀ ਕਿ ਇਹਨਾਂ ਨੇ ਆਪਣਾ ਨਵਾਂ ਪੰਥ ਚਲਾਇਆ, ਕਿ ਇਹਨਾਂ ਨੂੰ ਪੁੱਛਣਾ ਚਾਹੀਦਾ। ਫਿਰ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਹੁਕਮ ਹੋਇਆ ਕਿ ਆਪ ਜਾਓ, ਉੱਤਰ ਦਿਓ। ਕਹਿਣ ਲੱਗੇ ਮਹਾਰਾਜ ਉੱਥੇ ਬੜੇ ਬੜੇ ਵਿਦਵਾਨ ਹੋਣਗੇ। ਕਹਿਣ ਲੱਗੇ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਚੇਤੇ ਕਰਕੇ ਆਪਣੇ ਹੱਥ ਵੱਲ ਦੇਖਣਾ, ਸਾਰੀਆਂ ਵਿਦਿਆ ਤੁਹਾਡੇ ਸਨਮੁਖ ਹੋਣਗੀਆਂ। ਆਪ ਜੀ ਦੀ ਬਖਸ਼ਿਸ਼ ਹੁਕਮ ਪਾ ਕੇ ਗਏ। ਅਕਬਰ ਦੀ ਸਭਾ 'ਚ ਜਿਹੜੇ ਸ਼ਿਕਾਇਤ ਕਰਤਾ ਸੀ, ਇਹਨਾਂ ਸਾਰਿਆਂ ਨੂੰ ਨਿਰੁੱਤਰ ਕੀਤਾ। ਅਕਬਰ ਬਾਦਸ਼ਾਹ ਨੇ ਉਹਨਾਂ ਨੂੰ ਬਹੁਤ ਝਾੜ ਪਾਈ। ਅਖੀਰੀ ਇਸੇ ਤਰ੍ਹਾਂ ਫਿਰ ਆਪਣੇ ਗੋਂਦੇ ਮਰਵਾਹੇ ਦੇ ਜਿਹੜੇ ਪੁੱਤਰ ਸੀ, ਇਹ ਵਿਗੜ ਗਏ ਵੀ ਸਾਡਾ ਇਹ ਨਗਰ ਸੀ, ਸਾਨੂੰ ਟੈਕਸ ਨਹੀਂ ਦਿੰਦੇ। ਤੇ ਜਾ ਕੇ ਬਾਦਸ਼ਾਹ ਕੋਲ ਵੀ ਸ਼ਿਕਾਇਤ ਕੀਤੀ। ਉੱਥੋਂ ਵੀ ਇਹਨਾਂ ਨੂੰ ਲਾਹਨਤਾਂ ਪਈਆਂ। ਸ਼ਬਦ ਵੀ ਆਉਂਦਾ, ਮਲ ਜੂਈ ਭਰਿਆ ਨੀਲਾ ਕਾਲਾ ਖਦੋੜਾ, ਗਲ ਬੇਮੁਖਿਆ ਦੇ ਪਾਇਆ। ਉੱਥੇ ਜਾ ਕੇ ਵੀ ਬੇਇੱਜ਼ਤ ਹੋ ਕੇ ਆਏ। ਔਰ ਤਪਾ ਵਗੈਰਾ ਸੀ, ਭੰਡਾਰਾ ਕੀਤਾ, ਸਦੀਆਂ ਆਇਆ ਨਹੀਂ। ਜਦੋਂ ਪਤਾ ਲੱਗਾ ਕਿ ਮੋਹਰਾਂ ਮਿਲਦੀਆਂ, ਇਹ ਆਪਣੇ ਚੇਲੇ ਨੂੰ ਕੰਧ ਟਪਾ ਕੇ ਭੇਜਿਆ, ਲੱਤ ਟੁੱਟ ਗਈ। ਉੱਥੇ ਵੀ ਮਾਰਨ ਕਹਿ ਗਏ, ਸੱਤੇ ਦੀ ਭਿੱਖਿਆ ਤਪਾ ਲਏ ਨਾ। ਭਿੱਖੇ ਪੁੱਤ ਨੂੰ ਲਿਆ ਕੇ ਵਿੱਚ ਵਹਾਲਿਆ ਲਾਲਚ ਵਾਸਤੇ। ਤਪਾ ਨੇ ਲੋਭੀ ਹੈ, ਲੋਭ ਲੈ ਰਿਹਾ ਕਰ ਲਿਆ। ਇਸ ਤਰ੍ਹਾਂ ਦੇ ਬਚਨ ਵੀ ਆਉਂਦੇ। ਔਰ ਪ੍ਰੇਮੇ ਘੋੜੇ ਦਾ ਰਾਜੀ ਕਰਨਾ, ਤੇ ਇਹ ਤਾਪ ਦੁਆਰਾ ਮਰਿਆ ਹੋਇਆ ਬਾਲਕ ਸਰਜੀਤ ਕਰਨਾ, ਗਾਂ ਬਚਨ ਕਰਨਾ। ਜਦ ਤੱਕ ਸਾਡਾ ਸਰੀਰ ਹੈ, ਉਦੋਂ ਤੱਕ ਕਿਸੇ ਵੀ ਮਾਪੇ ਦੇ ਸਾਹਮਣੇ ਉਹਨਾਂ ਦਾ ਨੌਜਵਾਨ ਬੱਚਾ ਸੁਰਗਵਾਸ ਨਹੀਂ ਹੋਏਗਾ। ਸੁਤ ਭਾਣ ਡਰਿਓ। ਜਦੋਂ ਤੱਕ ਮਹਾਰਾਜ ਸਾਨੂੰ ਸਰੂਪ ਕਰਕੇ ਦਰਸ਼ਨ ਦਿੰਦੇ ਰਹੇ, ਕੋਈ ਐਸੀ ਘਟਨਾ ਨਹੀਂ ਵਾਪਰੀ। ਔਰ ਇੱਥੇ ਹੀ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਦੇ ਵੀ ਭਾਨੇ ਭਾਈ ਜੇਠਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਬਖਸ਼ਾਂ ਹੋਈਆਂ ਦੋਸਤਾ ਬਾਣੀ ਕਾ ਵਰਤਾ। ਔਰ ਸ਼੍ਰੀ ਗੁਰੂ ਰਾਮਦਾਸ ਜੀ ਦੇ ਉੱਤੇ ਕਿਰਪਾ ਕਰਕੇ ਗੁਰਤਾ ਗੱਦੀ ਮਹਾਰਾਜ ਨੇ ਉਹਨਾਂ ਨੂੰ ਬਖਸ਼ੀ। ਇਸ ਤਰ੍ਹਾਂ ਬਹੁਤ ਸਾਰੇ ਐਸੇ ਪ੍ਰਸੰਗ ਉਹਨਾਂ ਦੇ ਇਤਿਹਾਸ ਵਿੱਚ ਬੜੇ ਅਲੌਕਿਕ ਹਨ। ਔਰ ਇਸ ਤਰ੍ਹਾਂ ਬਾਬਾ ਸਾਵਣ ਮੱਲ ਜੀ ਨੂੰ ਪਹਾੜ ਦੇ ਇਲਾਕੇ 'ਚ ਗੁਰਮਤਿ ਪ੍ਰਚਾਰ ਵਾਸਤੇ ਭੇਜਣਾ, ਤੇ ਉਹਨਾਂ ਦੇ ਭਤੀਜੇ ਲੱਗਦੇ ਸੀ। ਭਾਈ ਗੁਰਦਾਸ ਸਾਹਿਬ ਦੇ ਭਤੀਜੇ ਉਹਨਾਂ ਦੇ ਭਰਾ ਈਸ਼ਰਦਾਸ ਦੇ ਪੁੱਤ ਸੀ। ਤੇ ਉਹਨਾਂ ਨੂੰ ਦੇਖੋ ਕਿੱਡਾ ਵਿਦਵਾਨ ਬਣਾਇਆ। ਉਹ ਜਤੀ ਸਤੀ ਰਹਿ ਕੇ ਗੁਰਸਿੱਖੀ ਦਾ ਭਾਈ ਗੁਰਦਾਸ ਸਾਹਿਬ ਬੇਅੰਤ ਪ੍ਰਚਾਰ ਕੀਤਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ, ਪੰਚਮ ਪਾਤਸ਼ਾਹ ਨੇ ਭਾਈ ਗੁਰਦਾਸ ਸਾਹਿਬ ਜਿਹੜੇ ਸੀ, ਪਹਿਲੇ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਸਾਹਿਬ ਜੀ ਆਰਾਮ ਸਾਰ ਸਰੂਪ ਤਿਆਰ ਕਰਕੇ ਦਰਬਾਰ ਸਾਹਿਬ ਪ੍ਰਕਾਸ਼ਮਾਨ ਹੋਇਆ ਸੀ। ਫਿਰ ਉਹ ਕਥਾ ਕੀਰਤਨ ਦੀ ਮਰਜ਼ਾਦਾ ਮਹਾਰਾਜ ਨੇ ਚਲਾਈ। ਅੱਜ ਉਹ ਸਰੂਪ ਕਰਤਾਰਪੁਰ ਧੀਰਮਲੀਆਂ ਦੇ ਪਰਿਵਾਰ ਕੋਲ ਉਹਨਾਂ ਦੀ ਸੇਵਾ 'ਚ ਹੈ। ਸੋ ਇਸੇ ਤਰ੍ਹਾਂ ਇਹ ਗੁਰੂ ਮਹਾਰਾਜ ਦੀਆਂ ਬੇਅੰਤ ਬਖਸ਼ਿਸ਼ਾਵਾਂ ਅੱਜ ਉਹਨਾਂ ਦਾ ਇਹ ਪਵਿੱਤਰ ਗੁਰਪੁਰਬ ਹੈ। ਸੋ ਆਓ ਹੁਣ ਜੋ ਲੜੀਵਾਰ ਕਥਾ ਚੱਲ ਰਹੀ ਹੈ, ਵਿਚਾਰ ਸਰਵਣ ਕਰੀਏ।
ਮਨ ਬਿਰਤੀ ਦੀ ਇਕਾਗਰਤਾ ਲਈ, ਰਸਨਾ ਦੀ ਪਵਿੱਤਰਤਾ ਲਈ। ਵਜ ਵਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲੇਖ ਨਾ ਮਿਟਈ ਹੈ ਸਖੀ, ਕਰੀ ਲੋ ਕਲਮ ਲਿਖਿਓ ਲੇਖ ਮਤ। ਦਸਮ ਪਾਤਸ਼ਾਹ ਕਹਿੰਦੇ ਲੋਹੇ ਦੀ ਕਲਮ ਨਾਲ ਜਿਵੇਂ ਲੇਖ ਲਿਖੇ ਨਾ ਪੱਕੇ ਲਿਖ ਤੇ ਹੋ ਗਏ ਵਨ ਭਾਗਿਆ ਨਹੀਂ। ਕਰਮ ਗਤੀ ਬਲਵਾਨ ਕਹੀ ਹੈ, ਅਵਸ਼ ਮੇ ਮੁਕਤਬਿਅਮ ਜਿਤਮ ਕਰਮ ਸ਼ੁਭਮ ਸ਼ੁਭਾ। ਐਸਾ ਵੀ ਗ੍ਰੰਥਕਾਰ ਦੱਸਦੇ। ਔਰ ਕਿਰਿਆਮਾਨ ਤੇ ਸੰਚਿਤ ਕਰਮ ਜਿਹੜੇ ਗਿਆਨਵਾਨ ਗਿਆਨ ਅਗਨੀ ਨੂੰ ਨਾਸ ਕਰ ਦਿੰਦੇ ਆ। ਜਿਹੜਾ ਪ੍ਰਾਰਬਧ ਰੂਪੀ ਕਰਮ ਆ ਇਹ ਗਿਆਨੀ ਅਗਿਆਨੀ ਸਭ ਨੂੰ ਭੋਗਣਾ ਪੈਂਦਾ ਹੈ। ਗਿਆਨਵਾਨ ਹੱਸ ਕੇ ਭੋਗ ਲੈਂਦਾ, ਅਗਿਆਨੀ ਰੋਕ ਕੇ ਪਿੱਟ ਕੇ ਭੋਗਣਾ ਪੈਂਦਾ ਹੈ। ਸੋ ਇਸ ਵਾਸਤੇ ਆਪਣੇ ਮਹਾਰਾਜ ਕਹਿੰਦੇ ਵੀ ਲੇਖ ਨਾ ਮਿਟੇ ਹੈ ਸਖੀ। ਜਿਹੜਾ ਲੇਖ ਲਿਖਿਆ ਜਦੋਂ ਤੱਕ ਬ੍ਰਹਮ ਗਿਆਨ ਦੀ ਅਵਸਥਾ ਨਹੀਂ ਹੁੰਦੀ ਉਦੋਂ ਤੱਕ ਇਹ ਮਿਟਦਾ ਨਹੀਂ, ਭੋਗਣਾ ਹੀ ਪੈਂਦਾ ਹੈ। ਕਿ ਹਰੀ ਚੰਦ ਰਾਜਾ ਆਇਆ ਸੀ ਤੇ ਜਦੋਂ ਉਹਨੂੰ ਸੁਣਿਆ ਤੇ ਕਹਿਣ ਲੱਗੇ ਜੇ ਲੇਖ ਹੀ ਨਹੀਂ ਮਿਟਣਾ ਫਿਰ ਗੁਰੂ ਘਰ ਆਉਣ ਦਾ ਕੀ ਲਾਭ ਹੋਇਆ। ਰਾਤ ਨੂੰ ਫਿਰ ਉਹਨੂੰ ਸੁਪਨਾ ਆਇਆ ਤੇ ਸੁਪਨੇ 'ਚ ਸਾਰਾ ਦ੍ਰਿਸ਼ਟਾਂਤ ਦਿਖਾਇਆ। ਜਦੋਂ ਫਿਰ ਸਵੇਰੇ ਉਹ ਸ਼ਿਕਾਰ ਵਾਸਤੇ ਗਿਆ ਤੇ ਚੰਡਾਲਾਂ ਦਾ ਟੱਬਰ ਮਿਲਿਆ। ਇਹ ਮਰ ਗਿਆ ਸੀ, ਇਹਨੂੰ ਦੱਬ ਕੇ ਆਏ ਸੀ, ਇੱਥੇ ਫਿਰਦਾ, ਇਹਨੂੰ ਕੋਈ ਜਾਦੂ ਕੀਤਾ ਹੈ। ਉਹਨੇ ਪਕੜ ਲਿਆ। ਉਹ ਬਥੇਰਾ ਕਹੇ ਮੈਂ ਤਾਂ ਰਾਜਾ, ਕਹਿੰਦੇ ਨਹੀਂ ਤਾਂ ਤੇਰੀ ਤਾਂ ਸ਼ਕਲ ਮਿਲਦੀ ਹੈ, ਤੂੰ ਹੋਏ ਰੂਪ ਧਾਰਿਆ ਹੋਇਆ। ਤੇ ਮਹਾਰਾਜ ਆਏ। ਮਹਾਰਾਜ ਕਹਿਣ ਲੱਗੇ ਜਦੋਂ ਮ੍ਰਿਤਕ ਹੋ ਗਿਆ ਸੀ ਕਿੱਥੇ ਦਵਾਇਆ ਸੀ? ਉਹ ਜੀ ਕਬਰ ਵਿੱਚ ਨੱਪਿਆ ਸੀ। ਕਹਿੰਦੇ ਕਬਰ ਪੁੱਟ ਕੇ ਦੇਖ ਲਓ, ਜੇ ਤਾਂ ਫਿਰ ਹੋਇਆ ਵੀ ਠੀਕ ਹੈ। ਕਬਰ ਪਟਿਆ ਤੇ ਉਹਦੀ ਲਾਸ਼ ਹੈਗੀ ਸੀ। ਉਹ ਕਹਿੰਦੇ ਬੇਇੱਜ਼ਤੀ ਨਹੀਂ ਵੀ ਉਹਦੀ ਸ਼ਕਲ ਮਿਲ ਗਈ ਤੇ ਕਿਤੇ ਉਹ ਬਣ ਗਿਆ। ਫਿਰ ਉਹ ਖਹਿੜਾ ਛਡਾਇਆ। ਉਹ ਕਹਿੰਦਾ ਹਮਾਰਾ ਰਾਤ ਵੀ ਮੈਂ ਇਸੇ ਤਰ੍ਹਾਂ ਸੁਪਨਾ ਜਿਹਾ ਦੇਖਿਆ ਸੀ। ਫਿਰ ਕੀ ਕੌਤਕ ਹੋਇਆ? ਕਹਿੰਦੇ ਤੂੰ ਕਹਿੰਦਾ ਸੀ ਨਾ ਬਾਣੀ ਦੇ ਤਰਕ ਕੀਤੀ ਸੀ ਲੇਖ ਨਾ ਮਿਟੇ, ਫਿਰ ਸਕੀ ਜੋ ਲਿਖਿਆ ਕਰਤਾਰ ਫਿਰਾਉਣ ਦਾ ਫਾਇਦਾ ਕੀ? ਕਹਿੰਦੇ ਇਹ ਕਰਮ ਤੈਂ ਜਿਹੜੇ ਸੁਪਨੇ ਦਿਖਾਏ ਭੋਗਣੇ ਸੀ, ਉਹ ਅਸੀਂ ਤੇਰੇ ਪ੍ਰਤੱਖ ਭੋਗਣੇ ਸੀ, ਸੁਪਨੇ 'ਚ ਭੁਗਤਾ ਦਿੱਤੇ ਆ। ਆਹ ਜੇ ਦੇਖਿਆ ਇਹ ਵੀ ਇਵੇਂ ਕਿਵੇਂ ਹੋਣਾ ਸੀ? ਕਹਿੰਦੇ ਜਿਹੜਾ ਗੁਰੂ ਘਰ ਦੀ ਕੋਈ ਸ਼ਰਨ ਲਈ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਮਿਟ ਗਿਆ। ਤਬ ਗੁਣ ਕਾਂ ਜਗਤ ਗੁਰਾ, ਜੋ ਕਰਮ ਨਾ ਨਾਸੇ, ਸਿੰਘ ਸ਼ਰਨ ਕਰਨ ਜਾਈਏ ਜੋ ਜੰਬਕ ਗਰਾਸੇ। ਜਦੋਂ ਗੁਰੂ ਦੀ ਸ਼ਰਨ ਲੈ ਲਈਏ ਫਿਰ ਮਹਾਰਾਜ ਮਿਹਰ ਕਰਕੇ ਮਿਟਾ ਵੀ ਦਿੰਦੇ। ਤੇ ਜੇ ਸੰਗਤ ਦਾ ਆਸਰਾ ਨਾ ਲੈਂਦਾ ਫਿਰ ਤਾਂ ਭੋਗਣੇ ਪੈਣੇ ਸੀ। ਜਿਹੜਾ ਤੇ ਸੰਗਤ ਦਾ ਆਸਰਾ ਲਿਆ ਉਹਦੇ ਕਰਕੇ ਉਹ ਕੱਟਿਆ ਗਿਆ, ਸੂਈ ਦੀ ਸੂਲ ਬਣ ਜਾਂਦੀ ਹੈ। ਮਹਾਰਾਜ ਮਿਹਰ ਕਰ ਦਿੰਦੇ। ਇਸ ਕਰਕੇ ਮਹਾਰਾਜ ਕਹਿੰਦੇ ਜਿੰਨਾ ਚਿਰ ਗੁਰੂ ਕੀ ਸ਼ਰਨ ਨਾ ਲਈਏ, ਗੁਰੂ ਕੇ ਬਚਨਾਂ ਦਾ ਅਭਿਆਸ ਨਾ ਕਰੀਏ ਔਰ ਆਤਮਾ ਗਿਆਨ ਦੀ ਅਵਸਥਾ ਪ੍ਰਾਪਤ ਨਾ ਹੋਵੇ, ਉਤਨੀ ਦੇਰ ਤੱਕ ਇਹ ਲਿਖੇ ਹੋਏ ਲੇਖ ਮਿਟਦੇ ਨਹੀਂ ਹਨ। ਜੋ ਲਿਖਿਆ ਕਰਤਾਰ, ਜਿਹੜੇ ਲੇਖ ਕਰਤੇ ਪੁਰਖ ਨੇ ਲਿਖੇ ਹੋਏ ਹਨ, ਆਪੇ ਕਾਰਨ ਜਿਨ ਕੀਆ, ਉਹ ਸਾਰੇ ਕਾਰਣਾਂ ਨੂੰ ਕਰਨ ਵਾਲਾ ਕਰਤਾ ਪੁਰਖ ਪਰਮੇਸ਼ਰ ਨਿਰੰਕਾਰ ਆਪ ਹੀ ਹੈ। ਕਰ ਕਿਰਪਾ ਪਾਗ ਧਾਰ, ਜਿਹੜੇ ਜਿੱਤੇ ਕਿਰਪਾ ਕਰਦਾ
ਔਰ ਗੁਰੂ ਦੇ ਚਰਨਾਂ ਦੀ ਜਿਹੜੀ ਪ੍ਰੀਤੀ ਧਾਰ ਲੈਂਦੇ ਆ ਉਹਨਾਂ 'ਤੇ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰ ਦਿੰਦੇ ਹਨ। ਕਰਤੇ ਹੱਥ ਵਡਿਆਈਆ। ਉਹ ਜਿਹੜਾ ਕਰਤਾ ਪੁਰਖ ਹੈ, ਇਹ ਵਡਿਆਈਆਂ ਜਿਹੜੀਆਂ ਉਹਦੇ ਹੱਥ 'ਚ ਹੈ। ਜੇ ਕੋਈ ਕਹੇ ਮੇਰਾ ਸਤਿਕਾਰ ਹੋ ਰਿਹਾ, ਮਾਣ ਹੋ ਰਿਹਾ, ਮੈਨੂੰ ਵਡਿਆਈ ਮਿਲ ਰਹੀ ਹੈ, ਇਹ ਕਰਤੇ ਦੇ ਹੱਥ 'ਚ ਹੈ। ਤੇ ਜੇ ਹੰਕਾਰ ਕਰੇ ਇਹ ਫਿਰ ਨਿੰਦਿਆ ਵੀ ਸ਼ੁਰੂ ਹੋ ਜਾਂਦੀ ਹੈ। ਉਹਦੀ ਕਿਰਪਾ ਦੇ ਨਾਲ ਹੀ ਵਡਿਆਈ ਹੈ। ਕਈ ਵਾਰੀ ਬੰਦਾ ਆਫਰ ਜਾਂਦਾ, ਹੰਕਾਰੀ ਹੋ ਜਾਂਦਾ, ਤੇ ਸ਼ਾਇਦ ਮੇਰੇ 'ਚ ਕੋਈ ਵਿਸ਼ੇਸ਼ਤਾ ਹੈ ਜਿਹਦੇ ਕਰਕੇ ਮੇਰੀ ਉਪਮਾ ਹੋ ਰਹੀ ਹੈ, ਮਾਣ ਹੋ ਰਿਹਾ, ਵਡਿਆਈ ਹੋ ਰਹੀ ਹੈ। ਪਾਤਸ਼ਾਹ ਕਹਿੰਦੇ ਇਹ ਸਾਰੀ ਕਲਾ ਉਸ ਕਰਤੇ ਪੁਰਖ ਨਿਰੰਕਾਰ ਪਰਮੇਸ਼ਰ ਦੇ ਹੱਥ ਵਿੱਚ ਹੈ। ਬੂਝਹੁ ਗੁਰ ਵਿਚਾਰ। ਗੁਰੂ ਮਹਾਰਾਜ ਦੀ ਸੰਗਤ ਕਰਕੇ ਇਹ ਜਿਹੜੀ ਗੁੱਝੀ ਰਮਝ ਵਾਲੀ ਗੱਲ ਹੈ, ਇਸ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਕਰੋ। ਕਿਉਂਕਿ ਬੁਝਾਰਤਾਂ ਹੁੰਦੀਆਂ ਨਾ, ਕਈ ਵਾਰੀ ਹੁੰਦੀਆਂ ਤਾਂ ਸੌਖੀਆਂ ਹੀ ਆ ਤੇ ਉਹ ਸਮਝ ਨਹੀਂ ਆਉਂਦੀਆਂ। ਜੇ ਸਿਆਣੇ ਪੁਰਖ ਦੀ ਸੰਗਤ ਕਰੀਏ ਉਹ ਫਿਰ ਥੋੜ੍ਹੇ ਜਿਹੇ ਸਮਝਾ ਦਿੰਦਾ, ਤੇ ਬੰਦਾ ਕਹਿੰਦਾ ਮੈਂ ਤਾਂ ਟੱਕਰਾਂ ਬਹੁਤ ਮਾਰਦਾ ਸੀ, ਇਹ ਸਮਝ ਹੀ ਨਹੀਂ ਆਈ। ਤੇ ਜਦੋਂ ਫਿਰ ਕਿਸੇ ਗੁਰੂ ਦੀ ਉਸਤਾਦ ਦੀ ਸੰਗਤ ਕਰੀਏ ਉਹ ਨੁਕਤਾ ਦੱਸ ਦਿੰਦਾ, ਫਿਰ ਉਹ ਬੜੀ ਛੇਤੀ ਸਮਝ ਆ ਜਾਂਦੀ। ਕਿਉਂਕਿ ਇਹ ਵੀ ਇੱਕ ਰਮਜ਼ ਹੁੰਦੀ ਹੈ, ਰਾਜ ਸਿਆਣੇ ਪੁਰਸ਼ਾਂ ਦੁਆਰਾ ਹੀ ਸਮਝ ਆਉਂਦਾ। ਇੱਕ ਮਹਾਰਾਜਾ ਵੀਰ ਵਿਕਰਮਾਜੀਤ ਹੋਇਆ, ਬਹੁਤ ਧਰਮੀ ਰਾਜੇ ਸੀ, ਬੜੇ ਨਿਆਂ ਇਨਸਾਫ ਪਸੰਦ ਸੀ, ਪ੍ਰਜਾ ਵੀ ਬੜੀ ਸੁਖੀ ਸੀ, ਸਭ ਦਾ ਦੁੱਖ ਸੁੱਖ ਸੁਣਦੇ ਸੀ। ਆਪ ਭੇਸ ਬਦਲ ਕੇ ਦੇਖਦੇ ਸੀ ਕਿ ਮੇਰੇ ਰਾਜ ਵਿੱਚ ਕੋਈ ਦੁਖੀ ਤਾਂ ਨਹੀਂ ਹੈ। ਵਿਦਵਾਨ ਵੀ ਬਹੁਤ ਸੀਗੇ, ਵਿਦਿਆ ਦਾ, ਵਿਦਵਾਨਾਂ ਦਾ ਵੀ ਕਦਰ ਬਹੁਤ ਕਰਦੇ ਸੀ। ਆ ਜਿਹੜਾ ਮੁਸਲਮਾਨਾਂ ਦਾ ਮੱਕਾ, ਇਹ ਮਹਾਰਾਜਾ ਵਿਕਰਮਾਜੀਤ ਦਾ ਬਣਾਇਆ ਹੋਇਆ ਹੈ। 365 ਇੱਥੇ ਮੂਰਤੀਆਂ ਹੁੰਦੀਆਂ ਸੀ। ਭਾਵ ਉਹਦੇ ਰਾਜ ਦੀਆਂ ਹੱਦਾਂ ਬੜੀਆਂ ਵਿਸ਼ਾਲ ਸਨ। ਉਸ ਵੇਲੇ ਜਿਹੜਾ ਮੱਕੇ ਅਰਬ ਦਾ ਸਥਾਨ ਮਹਾਰਾਜ ਵਿਕਰਮਾਜੀਤ ਦੇ ਰਾਜ ਵਿੱਚ ਸੀ। ਇਹ ਫਿਰ ਕਮਜ਼ੋਰ ਸ਼ਾਸਕ ਆਉਂਦੇ ਰਹੇ ਤੇ ਮੁਗਲ ਰਾਜੇ ਬਲ ਵਾਲੇ ਬਣ ਗਏ। ਉਹਨੇ ਫਿਰ ਉਹ ਜਗ੍ਹਾ ਕੁ ਛਡਾ ਲਈਆਂ। ਹਿੰਦੁਸਤਾਨ 'ਤੇ ਵੀ ਕਾਫੀ ਲੰਮਾ ਸਮਾਂ ਰਾਜ ਕਰਦੇ ਕਰਾਉਂਦੇ ਰਹੇ। ਸਮੇਂ ਕਈ ਤਰ੍ਹਾਂ ਦੇ ਆਉਂਦੇ ਜਾਂਦੇ ਰਹਿੰਦੇ ਆ। ਹੁਣ ਆ ਪਾਕਿਸਤਾਨ ਦੇਖ ਲਓ, ਬਜ਼ੁਰਗਾਂ ਨੇ ਤਾਂ ਦੇਖਿਆ ਹੀ ਹੈ, ਇਹ ਵੀ ਪੰਜਾਬ ਦਾ ਹਿੱਸਾ ਹੁੰਦਾ ਸੀ ਤੇ ਅੱਜ ਉਹ ਦੇਖ ਲਓ ਵੀ ਮਹਾਰਾਜ ਦੇ ਸਥਾਨਾਂ ਦੀ ਯਾਤਰਾ ਲਈ ਵੀ ਵੀਜ਼ੇ ਵੂਜੇ ਲੈਣੇ ਪੈਂਦੇ ਆ। ਇਹ ਥੋੜ੍ਹੇ ਚਿਰ ਦੀਆਂ ਗੱਲਾਂ, ਕੋਈ ਬਹੁਤੇ ਚਿਰ ਦੀਆਂ ਤਾਂ ਨਹੀਂ। ਬਜ਼ੁਰਗ ਤੁਹਾਡੇ 'ਚ ਬੈਠੇ ਹੋਣੇ ਮਾਈ ਭਾਈ, ਜਿਹੜੇ 47 ਦੀ ਵੰਡ ਤੋਂ ਬਾਅਦ ਇੱਧਰ ਆਏ ਆ। ਕਈਆਂ ਦੀਆਂ ਮੌਤਾਂ ਹੋਈਆਂ, ਸੰਤਾਪ ਹੰਢਾਏ, ਉਹਨਾਂ ਨੂੰ ਪਤਾ ਹੀ ਆ ਸਾਰਾ। ਇਹ ਇਸ ਤਰ੍ਹਾਂ ਦੀਆਂ ਤਬਦੀਲੀਆਂ ਹੁੰਦੀਆਂ ਰਹਿੰਦੀਆਂ। ਮਹਾਰਾਜਾ ਵਿਕਰਮਾਜੀਤ ਉਹਨਾਂ ਦੇ ਨਾਂ ਤਾਂ ਇਹ ਦੇਸੀ ਸੰਮਤ ਵੀ ਵਿਕਰਮੀ ਚੱਲ ਰਿਹਾ। ਉਹ ਭਰਥਰੀ ਜਿਹੜਾ ਰਾਜਾ, ਉਹ ਇਹਦਾ ਵੱਡਾ ਭਰਾ ਸੀ। ਉਹ ਸਾਧੂ ਹੋ ਗਏ ਸੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਇਹ ਗੱਦੀ ਜਿਹੜੀ ਸੀ ਸੰਭੀ ਸੀ। ਔਰ ਭਰਥਰੀ ਯੋਗੀ ਬਣ ਗਿਆ ਸੀ ਤੇ ਯੋਗਾ ਅਭਿਆਸ ਉਮਰ ਲੰਮੀ ਵਧਾ ਲਈ ਸੀ। ਗੋਰਖ ਦਾ ਚੇਲਾ ਬਣ ਗਿਆ ਸੀ ਤੇ ਗੁਰੂ ਨਾਨਕ ਸਾਹਿਬ ਜੀ ਨਾਲ ਵੀ ਮਿਲੇ ਆ ਤੇ ਬਾਣੀ 'ਚ ਵੀ ਵਿਚਾਰ ਆਉਂਦੇ ਆ। ਉਹ ਨਾਨਕ ਸੁਣ ਪਰਤਰ ਜੋਗੀ ਕੀਵਾ ਅੰਮ੍ਰਿਤ ਧਾਰੇ, ਇਸ ਤਰ੍ਹਾਂ ਕੀਵਾ ਅੰਮ੍ਰਿਤ ਧਾਰੇ ਪੰਕਤੀਆਂ ਆਉਂਦੀਆਂ। ਸੋ ਇਸ ਵਾਸਤੇ ਫਿਰ
ਵਿਕਰਮਾਜੀਤ ਇਹਦਾ ਭਰਾ ਆ ਗਿਆ। ਇਹ ਵੀ ਬਹੁਤ ਚੰਗਾ ਰਾਜ ਕਰਦਾ ਰਿਹਾ। ਹਰੇਕ ਦਾ ਬੜਾ ਸਤਿਕਾਰ ਕਦਰ ਕਰਦੇ ਸੀ, ਗੁਣੀ ਬੰਦਿਆਂ ਦੀ ਕਦਰ ਕਰਦੇ ਸੀ। ਇੱਕ ਮੋਚੀ ਬਹੁਤ ਸੁੰਦਰ ਜੋੜਾ ਬਣਾ ਕੇ ਮਹਾਰਾਜ ਵਾਸਤੇ ਲੈ ਕੇ ਆਏ। ਬੜੇ ਖੁਸ਼ ਹੋਏ, ਕਹਿਣ ਲੱਗੇ ਇਹਨੂੰ 100 ਮੋਹਰ ਸੋਨੇ ਦੀ ਦੇ ਦਿਓ। ਉਹ ਹੈ ਤਾਂ ਜੋੜਾ ਕਿੰਨੀ ਕੁ ਕੀਮਤ ਦਾ ਸੀ, ਪਰ ਹੁਣ 100 ਸੋਨੇ ਦੀ ਮੋਹਰ ਤਾਂ ਬਹੁਤ ਹੁੰਦੀ ਹੈ। ਬੜਾ ਖੁਸ਼ ਹੋਇਆ, ਗਰੀਬ ਆਦਮੀ ਸੀ। ਮਹਾਰਾਜ ਦੇ ਦਾਨ ਦੀ ਬੜੀ ਹੁਕਮਾ ਵਡਿਆਈ ਕਰ ਰਿਹਾ ਹੈ। ਬਾਅਦ ਵਿੱਚ ਵਜ਼ੀਰ ਜਿਹੜਾ ਸੀ ਕਹਿਣ ਲੱਗਾ, ਮਹਾਰਾਜ ਤੁਸੀਂ ਇਹ ਕੀ ਕੀਤਾ? ਇੱਕ ਮੋਚੀ ਨੇ ਜੋੜਾ ਦਿੱਤਾ ਤੇ ਇਕੱਠਾ ਹੀ ਤੁਸੀਂ 100 ਮੋਹਰ ਦੇ ਦਿੱਤੀ। ਇਸ ਤਰ੍ਹਾਂ ਦੁਨੀਆਂ ਨੂੰ ਪਤਾ ਲੱਗਿਆ ਉਹ ਵੀ ਕੋਈ ਨਾ ਕੋਈ ਚੀਜ਼ ਲੈ ਆਇਆ ਕਰਨਗੇ। ਇਹ ਬਾਦਸ਼ਾਹ ਬੜੇ ਉਦਾਰ ਚਿੱਤ, ਖੁੱਲ੍ਹ ਦਿਲ, ਬੜੇ ਦਾਨੀ ਹੈ। ਇਸ ਤਰ੍ਹਾਂ ਦਾ ਖਜ਼ਾਨਾ ਹੀ ਖਾਲੀ ਹੋ ਜਾਊਗਾ, ਫਿਰ ਰਾਜ ਸਾਜ ਕਿਵੇਂ ਚੱਲੇਗਾ? ਉਹ ਕਹਿੰਦੇ ਵੀ ਹੁਣ ਤਾਂ ਦੇ ਦਿੱਤਾ ਆ, ਥੁੱਕ ਕੇ ਥੋੜ੍ਹੀ ਚੱਟੀ ਦਾ ਹੁੰਦਾ। ਜਿਹੜੀ ਚੀਜ਼ ਦੇ ਦਿੱਤੀ ਉਹਦਾ ਦੇ ਦਿੱਤੀ ਹੈ। ਕਹਿੰਦੇ ਨਹੀਂ ਮਹਾਰਾਜ, ਤੁਹਾਨੂੰ ਉਪਾਅ ਕਰਨਾ ਚਾਹੀਦਾ। ਕਹਿੰਦੇ ਕਿਸ ਤਰ੍ਹਾਂ? ਕਹਿੰਦੇ ਤਾਂ ਸੌਖਾ ਜਿਹਾ ਹੀ ਉਪਾਅ ਹੈਗਾ। ਆਮ ਤਾਂ ਇਵੇਂ ਹੁੰਦਾ ਨਾ ਕਿ ਦਾਤਾ ਦਾਨ ਕਰੇ, ਪੜ੍ਹਾਰੀ ਦਾ ਪੇਟ ਪਾਟੇ ਵਾਲੀ ਗੱਲ ਹੁੰਦੀ ਹੈ। ਦਿੱਤਾ ਦਾ ਰਾਜੇ ਨੇ, ਵਜ਼ੀਰ ਐਵੇਂ ਔਖਾ ਹੋਇਆ ਸੀ। ਉਹ ਵੀ ਕਹਿਣ ਲੱਗਾ ਜੀ ਗੱਲ ਤੇ ਸੌਖੀ ਜਿਹੀ ਹੈ, ਮੋਚੀ ਨੂੰ ਬੁਲਾ ਲਓ। ਉਹਨੂੰ ਕਹੇ ਜੋੜਾ ਜਿਹੜਾ ਇਹ ਗਰਮ ਬਣਾਇਆ ਕਿ ਸਰਦ ਠੰਡਾ ਬਣਾਇਆ। ਜੇ ਕਹੇ ਗਰਮ ਬਣਾਇਆ ਤੇ ਤੁਸੀਂ ਕਹਿਣਾ ਮੈਂ ਤਾਂ ਠੰਡਾ ਚਾਹੁੰਦਾ ਸੀ। ਜੇ ਉਹ ਠੰਡਾ ਕਹੇ ਤੇ ਤੁਸੀਂ ਕਹਿ ਦੇਣਾ ਗਰਮ। ਤੇ ਫਿਰ ਆਪਣੀਆਂ ਮੋਹਰਾਂ ਮੁੜ ਆਉਣਗੀਆਂ। ਉਹਨੂੰ ਬੁਲਾ ਲਿਆ, ਭਾਈ ਜੋੜਾ ਜਿਹੜਾ ਸੀ ਇਹ ਠੰਡਾ ਬਣਾਇਆ ਸੀ ਕਿ ਗਰਮ? ਉਹ ਕਹਿੰਦੇ ਮਹਾਰਾਜ ਠੰਡੇ ਗਰਮ ਦਾ ਤੇ ਮੈਨੂੰ ਗਿਆਨ ਨਹੀਂ, ਇਹਨੂੰ ਤਾਂ ਮੈਂ ਭੇਦ ਜਾਣਾ ਹੀ ਹੈ। ਮੈਂ ਤਾਂ ਸਾਡੇ ਦੇਸ਼ ਦੇ ਧਰਮੀ ਰਾਜੇ ਹਨ, ਨਿਆਂਕਾਰੀ, ਇਨਸਾਫ ਪਸੰਦ, ਤੇ ਆਪਣੀ ਸ਼ਰਧਾ ਨਾਲ ਹੀ ਬਣਾ ਕੇ ਲਿਆਇਆ, ਪਿਆਰ ਦੇ ਨਾਲ। ਉੱਤਰ ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੋਇਆ। ਉਸ ਨੇ ਕਿਹਾ ਇਹਨੂੰ 100 ਮੋਹਰ ਹੋਰ ਦੇ ਦਿਓ। ਉਹ ਵਜ਼ੀਰ ਵਿਚਾਰਾ ਦੇਖਦਾ ਰਿਹਾ। ਮੈਂ ਤਾਂ ਕਿਹਾ ਕਿ ਅਗਲੀਆਂ ਮੜਾਵਾਂਗੇ, ਉਹ 100 ਹੋਰ ਲੈ ਗਿਆ। ਉਹ ਜਦੋਂ 100 ਮੋਹਰ ਥੈਲੇ ਵਿੱਚ ਆਉਣ ਲੱਗਾ, ਖਜ਼ਾਨਚੀ ਨੇ ਦਿੱਤੀ। ਇੱਕ ਮੋਹਰ ਨੀਚੇ ਗਿਰ ਗਈ। ਉਹ ਹੁਣ ਉੱਥੇ ਮਿੱਟੀ ਜਿਹੀ ਫਰੋਲਦਾ। ਉਹ ਵਜ਼ੀਰ ਨੇ ਬੇਖੁਣਸ ਜੀ ਖਾਧੀ। ਦੇਖੋ ਮਹਾਰਾਜ ਤੁਹਾਡੇ ਸਾਹਮਣੇ ਐਡਾ ਲਾਲਚੀ ਹੈ, ਪਹਿਲਾਂ 100 ਸੋਨੇ ਦੀ ਮੋਹਰ ਦਿੱਤੀ, ਦੂਜੀ ਫਿਰ 100 ਮੋਹਰ ਸੋਨੇ ਦੀ ਦਿੱਤੀ ਹੈ। ਇੱਕ ਮੋਹਰ ਡਿੱਗ ਗਈ ਹੈ ਤੇ ਹੁਣ ਉਹਨੂੰ ਫਰੋਲੀ ਜਾਂਦਾ ਤੁਹਾਡੇ ਸਾਹਮਣੇ। ਇਹਦਾ ਗੱਲ ਚੰਗੀ ਨਹੀਂ ਹੈ। ਮਹਾਰਾਜ ਕਹਿਣ ਲੱਗੇ ਵੀ ਮੋਚੀ ਤੂੰ ਇੰਨਾ ਲਾਲਚੀ ਹੈ, ਤੈਨੂੰ 200 ਮੋਹਰ ਦਿੱਤੀ, ਹੁਣ ਇੱਕ ਮੋਹਰ ਡਿੱਗੀ, ਉਹ ਵੀ ਨਹੀਂ ਛੱਡਦਾ, ਇੰਨਾ ਲਾਲਚੀ। ਕਹਿੰਦੇ ਨਹੀਂ ਮਹਾਰਾਜ, ਮੋਹਰ ਮੈਂ ਤਾਂ ਦੇਖ ਰਿਹਾ, ਇਹਦੇ ਉੱਤੇ ਆਪ ਜੀ ਦਾ ਚਿੱਤਰ ਬਣਿਆ ਹੋਇਆ ਤੇ ਆਪ ਜੀ ਦਾ ਪਿਆਰਾ ਨਾਮ ਵੀ ਲਿਖਿਆ ਹੋਇਆ ਹੈ। ਆਪ ਜੀ ਦਾ ਚਲਾਇਆ ਹੋਇਆ ਸੰਮਤ ਹੈ। ਇਹ ਆਪ ਜੀ ਦਾ ਸਿੱਕਾ ਹੈ। ਜੇ ਮੈਂ ਉਹ ਛੱਡ ਕੇ ਜਾਂਦਾ, ਲੋਕਾਂ ਦੇ ਪੈਰ ਉੱਤੇ ਆਉਂਦੇ, ਮੈਂ ਤੁਹਾਡੇ ਨਾਂ ਦੀ, ਅੱਖਰਾਂ ਦੀ, ਤੁਹਾਡੇ ਚਿੱਤਰ ਦੀ ਬੇਅਦਬੀ ਕਿਵੇਂ ਬਰਦਾਸ਼ਤ ਕਰ ਸਕਦਾ ਸੀ?
महाराज बहुत खुश हो गए। कमाल की गल है कि अपने राजे वास्ते गरीब प्रजा के एक बंदे के मन च मेरे लिए कितना सत्कार है, मेरे नां का भी मेरे चित्र का भी। कहते 1000 सोने की मोहर होर दे दो। वजीर देखदा रह गया। ये तो है एक राजे की गल। गुरु ग्रंथ साहब जी का एक एक अखर धन गुरु नानक साहब का स्वरूप है। गुरु ग्रंथ साहब के किसी अखर को कोई बदल करने की कोई ताकत नहीं जिहड़ी बदली कर सके। ना ये कोई नवा अखर पाया जा सकता, ना घटाया जा सकता। एक मोची बादशाह के चित्र का, बादशाह के नाम का इन्ना सत्कार कर रहा है कि अज साडा समाज किधर तुरया जा रहा। किसी को कोई अधिकार नहीं गुरु ग्रंथ साहब च नवा अखर कोई ऐड करे जां कोई लग मात्र कोई अखर इहदे घटावे। ये तुरकी बाणी आई तिन सगली चिंत मिटाई। पूरे का किया सब किश पूरा, घट बद किछ नाही। इस वास्ते सारिया संगतां नूं श्री गुरु ग्रंथ साहब की बाणी नूं एक ओंकार तो लैके 18 दसवीस तक महाराज का स्वरूप जाना चाहिए। पूरा अदब सत्कार रखना चाहिए। बाणी गुरु गुरु है बाणी, बिच बाणी अमृत सारे। गुरबाणी कहे सेवक जन माने, पर तक गुरु निस्तारे। हाँ जी, पातशाह के कृपा करते हैं। करते हथ वडियाईया। ये करते दे हथ विच वडियाई है। जहांगीर ने कहा सी ना, मुहम्मद दी उस लिख दिओ कि जहांगीर बड़ा न्यायकारी। कहते ना बई ये वडियाई करते दे हथ च आ। हूँ आपको हम बोलना जानता, मैं कहा सब हुक्माओ जियो। ये तो जो उत्तों बाणी आउंदी दरगाही, जैसी मिहावै खसम की बाणी, तैसड़ा करी ज्ञान वे ला लो। ये किसी व्यक्तिगत बंदे की उस्तत नहीं लिखी जाती, कुछ भी घटाया वधाया नहीं जाता। जो कुछ करते का हुक्म है उहदे अनुकूल ही सारा कुछ हुंदा है। गुरुआं तो विचार लैके इस भेद की महान रमज नूं समझ लेना करो। लिखिया फेर ना सकिया। जो करते पुरख ने लिख दिता बाणी च, इसनूं कोई दुनिया की ताकत नहीं जिहड़ी फेर सके या बदल सके। ते राम राय ने कोई लिखती तौर पर तो बाणी बदली ना। जिले कहा भी तुहाडे गुरुआं ने लिखा मिट्टी मुसलमान की, काजियां ने चुकया। कहण लगे नहीं, जिहड़ा बेईमान है उसदी मिट्टी। तो श्री गुरु हरराज साहब कहते जिथे इन्नियां करामातां दिखाइयां, थे खबरां सड़दियां भी दिखा दिंदा, फिर किहड़ियां मुक चलियां सी। लिखती बदली नहीं की, सिर्फ मूँह जबानी किया। मुसल की जगह बेईमान, मुसलना भी है बेईना भी मान अखर हैगा। सिर्फ अद्धा अखर मूँह जबानी बदलिया, लिखती नहीं। कि महाराज दे साहिबजादे सी, बड़े करामाती सी, औरंगजेब वर्गे डिकटेटर नूं झुकाउण वाले सी, पूजा कराउंदे सी उदों। तो रोजाना रजीना आउंदा सी। 37 पिंडां दी जगीर भी दिती हुई सी, होर खर्चा भी। पर धन गुरु हरराय साहब के गुरु नानक साहब की बाणी नूं बदलिया। 14 भवनां, 3 लोकां च, खंडां ब्रह्मंडां च अज तक किसी को हौसला नहीं पिया कि गुरु नानक साहब की बाणी का कोई अखर इधर उधर किया जाए कि साडा ही साहिबजादा हो के जिधर मूँह उधर चले जा।
ਤੇ ਬਾਕੀ ਭਾਈ ਕਿਸੇ ਨੂੰ ਕੀ ਅਧਿਕਾਰ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ ਹੱਥ ਚੁੱਕੇ ਆਪਣੀ ਮਰਜ਼ੀ ਨਾਲ ਕੋਈ ਘਟਾਵੇ ਜਾਂ ਵਧਾਵੇ। ਤੇ ਜੇ ਗੁਰੂ ਹਰਿਰਾਏ ਸਾਹਿਬ ਆਪਣੇ ਸਾਹਿਬਜ਼ਾਦੇ ਨੂੰ ਨਹੀਂ ਬਖਸ਼ਦੇ ਤੇ ਸਾਨੂੰ ਬਖਸ਼ ਦੇਣਗੇ। ਇਸ ਵਾਸਤੇ ਗੱਲ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ। ਜੋ ਮਹਾਰਾਜ ਨੇ ਲੇਖ ਲਿਖੇ ਵਿਧਾਤਾ ਦੇ ਬਾਣੀ ਰੂਪੀ, ਕਿਸੇ ਵਿੱਚ ਕੋਈ ਤਾਕਤ ਨਹੀਂ ਹੇਰਾ ਫੇਰੀ ਕਰ ਸਕੇ, ਮਿਟਾ ਸਕੇ। ਜਿਉ ਭਾਵੀ ਤਿਉ ਸਾਰ, ਜਿਵੇਂ ਉਹਨੂੰ ਭਾਉਂਦਾ ਉਵੇਂ ਕਿਵੇਂ ਉਹ ਸਾਰਿਆਂ ਦੀ ਸਾਰ ਸੰਭਾਲ ਵੀ ਉਹੀ ਕਰ ਰਿਹਾ ਹੈ। ਇਸ ਵਾਸਤੇ ਬਾਣੀ ਦੀ ਵੀ ਸਾਰ ਸੰਭਾਲ ਉਹਨਾਂ ਆਪੇ ਕੀਤੀ। ਬਹੁਤ ਕਵੀ ਆਪਣੀਆਂ ਕਵਿਤਾ ਰਚੀ ਜਾਂਦੇ ਸੀ, ਨਾਨਕ ਪਦ ਲਿਖ ਦੇਣਾ। ਗੁਰਸਿੱਖਾਂ ਵੱਲੋਂ ਸ਼ਿਕਾਇਤ ਹੋਈ ਕਿ ਮਹਾਰਾਜ ਆਪ ਦੇ ਵੀ ਸਰੀਰ ਕਰਕੇ ਹੈਗੇ ਆ, ਪੁਰਾਣੇ ਗੁਰਸਿੱਖ ਵੀ ਹੈਗੇ। ਬਾਅਦ 'ਚ ਕੀ ਪਤਾ ਲੱਗੇਗਾ ਕਿ ਅਸਲੀ ਕਿਹੜੀ ਬਾਣੀ ਤੇ ਨਕਲੀ ਕਿਹੜੀ। ਫਿਰ ਮਹਾਰਾਜ ਨੇ ਗੁਰਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਪੋਥੀ ਸਾਹਿਬ ਤੋਂ ਸਾਰੀ ਬਾਣੀਆਂ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੱਤਾ ਸੀ। ਉਹ ਕਰਤਾਰਪੁਰ ਸਾਹਿਬ ਵਾਲਾ ਸਰੂਪ ਭਾਵੇਂ ਅੰਮ੍ਰਿਤਸਰ ਤਿਆਰ ਹੋਇਆ ਕਿ ਇਸ ਵੇਲੇ ਕਰਤਾਰਪੁਰ ਕਰਕੇ ਕਰਤਾਰਪੁਰ ਵਾਲਾ ਕਹਿ ਦਿੰਦੇ ਆ। ਤੇ ਉਹਦਾ ਪਹਿਲਾ ਪ੍ਰਕਾਸ਼ ਹੋਇਆ ਕਿ ਕੋਈ ਵੀ ਰਲ ਗੱਡ ਨਾ ਕਰ ਸਕੇ, ਕੋਈ ਹੇਰਾ ਫੇਰੀ ਨਾ ਕਰ ਸਕੇ, ਵਧਾ ਘਟਾ ਨਾ ਸਕੇ। ਸਾਰਾ ਅੱਖਰਾਂ ਦਾ ਜੋੜ ਮੇਲ ਤਾਲ ਸਾਰਾ ਕੁਛ ਹੀ ਮਹਾਰਾਜ ਨੇ ਆਪਣੇ ਪਵਿੱਤਰ ਹਸਤ ਕਮਲਾਂ ਨਾਲ ਕੀਤਾ ਹੋਇਆ। ਇਸ ਵਾਸਤੇ ਕਿਸੇ ਨੂੰ ਵੀ ਕੋਈ ਇਜਾਜ਼ਤ ਨਹੀਂ ਦਰਗਾਹੀ ਬਾਣੀ ਨੂੰ ਕੋਈ ਬਦਲਾ ਸਕੇ। ਇਸ ਵਾਸਤੇ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ ਹੈ। ਨਜ਼ਰ ਤੇਰੀ ਸੁਖ ਪਾਇਆ, ਇਹ ਪਾਤਸ਼ਾਹ ਜਿਨ੍ਹਾਂ ਤੇ ਤੇਰੀ ਮਿਹਰ ਦੀ ਨਜ਼ਰ ਹੋ ਜਾਂਦੀ, ਤੇਰੀ ਰਜ਼ਾ ਤੇਰੇ ਭਾਣੇ ਵਿੱਚ ਆਉਂਦੇ ਆ, ਉਹਨਾਂ ਨੇ ਹੀ ਸੁੱਖ ਪਾਇਆ। ਜਿਹੜੇ ਮਨਮਤਾਂ ਕਰਦੇ ਆਪਣੀ ਮਰਜ਼ੀ ਦੇ ਨਾਲ, ਇਸ ਲੋਕ ਵੀ ਧੱਕੇ ਆ ਤੇ ਅਗਲੇ ਲੋਕ ਵੀ ਧੱਕੇ ਹੀ ਧੱਕੇ ਆ। ਇਸ ਵਾਸਤੇ ਜਿਹੜੇ ਗੁਰੂ ਘਰ ਦੇ ਧੱਕੇ ਹੋਏ ਆ ਉਹਨਾਂ ਨੂੰ ਫਿਰ ਬਖਸ਼ਣ ਵਾਲਾ ਨਹੀਂ ਨਾ ਕੋਈ ਵੀ ਹੁੰਦਾ। ਉਹਦਾ ਮਾਰੇ ਬਖਸ਼ਣ ਤੇ ਬਖਸ਼ਣ। ਇਸ ਤਰ੍ਹਾਂ ਹੁਣ ਦੇਖੋ ਸੱਤੇ ਬਲਵੰਡੇ ਸੀ ਹਉਮੈ ਵਿੱਚ ਆ ਕੇ, ਉਹਨੇ ਵੀ ਕਿ ਗੁਰੂ ਬਣਾਉਣਾ ਤਾਂ ਸਾਡੇ ਹੱਥ ਹੈ। ਧੰਨ ਗੁਰੂ ਰਾਮਦਾਸ ਸਾਹਿਬ ਦੀ ਨਿੰਦਿਆ, ਗੁਰੂ ਅਮਰਦਾਸ ਸਾਹਿਬ ਦੀ, ਸ੍ਰੀ ਗੁਰੂ ਅੰਗਦ ਸਾਹਿਬ ਚੌਥੇ ਪੰਜਵੇਂ ਦੀ। ਜਦੋਂ ਧੰਨ ਗੁਰੂ ਨਾਨਕ ਸਾਹਿਬ ਦਾ ਨਾਂ ਲਿਆ ਕਹਿੰਦੇ ਹੁਣ ਤਾਂ ਇਹ ਰਬਾਬੀ ਰਾਗੀ ਫਿੱਟ ਗਏ, ਇਹਨੇ ਸਾਡੇ ਮੁੰਡ ਨੂੰ ਹੱਥ ਪਾ ਲਿਆ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਇਹ ਕੋੜ ਹੋ ਗਿਆ ਸੀ। ਧੱਕੇ ਖਾਂਦੇ ਰਹੇ। ਫਕੀਰੀ ਲੱਦੇ ਪਰਪਕਾਰੀ ਕੋ ਗਏ। ਮਹਾਰਾਜ ਦੇ ਬਚਨ ਸੀ ਜਿਹੜਾ ਇਹਨਾਂ ਨੂੰ ਬਖਸ਼ਾਉਣ ਆਏਗਾ ਉਹਦਾ ਮੂੰਹ ਸਿਰ ਕਾਲਾ ਕਰਕੇ ਖੋਤੇ ਤੇ ਚੜਾ ਕੇ ਸ਼ਹਿਰ ਦੁਆਲੇ ਗੇੜੇ ਲਿਆਉਂਦੇ। ਲੱਦਾ ਪਰਪਕਾਰੀ ਸੀ, ਸਾਰੀ ਸ਼ਰਤ ਪੂਰੀ ਕਰਕੇ ਫਿਰ ਲੈ ਆਇਆ ਸੀ। ਮਹਾਰਾਜ ਕਹਿੰਦੇ ਲੱਦਿਆ ਤੇਰਾ ਬਚਨ ਤਾਂ ਵੈਸੇ ਹੀ ਮੰਨ ਲੈਣਾ ਸੀ। ਕਹਿੰਦੇ ਮਹਾਰਾਜ ਨੇ ਮੂੰਹ ਦਰਗਾਹ 'ਚ ਕਾਲਾ ਹੋਣਾ ਸੀ। ਤੇ ਮਹਾਰਾਜ ਕਹਿੰਦੇ ਹੁਣ ਇਹਨਾਂ ਨੇ ਜਿਹੜੇ ਮੂੰਹ ਨਾਲ ਨਿੰਦਿਆ ਕੀਤੀ ਉਸ ਸਦਕਾ। ਕਹਿੰਦੇ ਮਹਾਰਾਜ ਸਾਡੀ ਤਾਂ ਹੁਣ ਬੁੱਧ ਜਾਂਦੀ ਰਹੀ। ਫਿਰ ਮਹਾਰਾਜ ਦਿਆਲੂ ਉਹ 8 ਪੌੜੀਆਂ ਸੱਤੇ ਬਲਵੰਡੇ ਦੀ ਬਾਰ ਦੀਆਂ ਪੂਜ ਫਿਰ ਉਸਤਤ ਕੀਤੀ ਹੈ। ਫਿਰ ਇਹਨਾਂ ਦਾ ਓੜ ਹਟਿਆ ਸੀ। ਇਸ ਤਰ੍ਹਾਂ ਆਨੰਦ ਚੰਦ ਮਹਾਰਾਜ ਦਾ ਦੀਵਾਨ ਸੀ। ਇਹ ਪੌਂਟਾ ਸਾਹਿਬ ਦੇ ਜੰਗ 'ਚ ਕਿੰਨੀ ਬਹਾਦਰੀ ਦਿਖਾਈ। ਕੋਈ ਅਦਾਸੀ ਸਾਧੂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਕੇ ਲਿਆਏ ਸੀ ਕਿ ਦਸਮ ਪਾਤਸ਼ਾਹ ਦੇ ਦਸਤਖਤ ਕਰਾ ਦਿਓ, ਮਨਜ਼ੂਰੀ ਲੈ ਦਿਓ। ਉਹ ਲਿਖਾਈ ਬੜੀ ਖੁਸ਼ਖਤ ਸੀ, ਬੇਲ ਬੂਟਾ ਸੋਹਣਾ ਸੀ ਤੇ ਉਹਦਾ ਮਨ ਭਰਮ ਗਿਆ। ਆਲਾ ਟਾਲਾ ਕਰਦਾ ਰਿਹਾ। ਉਹ ਵਿਚਾਰੇ ਗਰੀਬ ਸਾਧੂਆਂ ਨੇ ਕਹਿਣਾ ਪਰ ਕੋਈ ਲੜ ਨਾ ਫੜਾਉਣਾ।
ਅਖੀਰੀ ਕਹਿੰਦੇ ਚਲੇ ਜਾਓ, ਨਹੀਂ ਕੈਦ ਵਿੱਚ ਸੁੱਟ ਦਿਆਂਗਾ, ਮੁੜ ਕੇ ਕਿਸੇ ਨੇ ਕੱਢਣਾ ਨਹੀਂ। ਬਹੁਤ ਡਰਾਉਂਦਾ ਰਿਹਾ, ਧਮਕਾਉਂਦਾ ਰਿਹਾ। ਉਹ ਸਮਾਂ ਪਾ ਕੇ ਮਹਾਰਾਜ ਜਦੋਂ ਬਾਹਰ ਸ਼ਿਕਾਰ ਲਈ ਜਾਂਦੇ ਸੀ ਮਿਲੇ, ਦੱਸਿਆ ਕਿ ਮਹਾਰਾਜ ਨੇ ਵੀ ਕਿਹਾ, ਉੱਥੇ ਵੀ ਬਹਾਨੇ ਜਿਹਾ ਬਣਾਉਂਦਾ ਰਿਹਾ। ਅਖੀਰ ਫਿਰ ਉਹ ਮਹਾਰਾਜ ਦਾ ਸਰੂਪ ਲੈ ਕੇ ਭੱਜਿਆ। ਫਿਰ ਕਹਿੰਦਾ ਵੀ ਹੁਣ ਮੈਨੂੰ ਹੋਰ ਤਾਂ ਕਿਸੇ ਨੇ ਸਾਂਭਣਾ ਨਹੀਂ, ਧੀਰਮਲ ਗੁਰੂ ਘਰ ਤੋਂ ਵਿਰੋਧ ਵਿੱਚ ਰਹਿੰਦਾ, ਉੱਥੇ ਚਲੀਏ। ਧੀਰਮਲ ਕੋ ਕਰਤਾਰਪੁਰ ਆ ਗਿਆ। ਇੱਥੇ ਜਿਹੜੇ ਆਇਆ ਤੋਂ ਜਿਹੜੇ ਛੀਆਂ ਸੰਦ ਸੀ ਉਹ ਅੱਗੇ ਬੜੇ ਖਚਰੇ ਸੀਗੇ। ਕਹਿੰਦੇ ਮਹਾਰਾਜ ਇਹ ਗੁਰੂ ਗੋਬਿੰਦ ਸਿੰਘ ਦਾ ਦੀਵਾਨ ਰਿਹਾ, ਫੌਜ ਦਾ ਜਰਨੈਲ ਵੀ ਰਿਹਾ, ਇਹ ਭੇਤ ਲੈਣ ਵਾਸਤੇ ਇੱਥੇ ਆਇਆ, ਸਾਡਾ ਇਹ ਨੁਕਸਾਨ ਨਾ ਕਰੇ। ਕਹਿੰਦੇ ਫਿਰ ਕਿਵੇਂ? ਕਹਿੰਦੇ ਇਉਂ ਕਰੋ ਵੀ ਇਹਨੂੰ ਗੱਡੀ ਚੜ੍ਹਾ ਦਿਓ। ਉਹਨੂੰ ਫਿਰ ਮਾਰ ਕੇ ਗੋਲੀ ਨਹੀਂ ਮਾਰ ਦਿੱਤਾ ਸੀ। ਫਿਰ ਇਹਦੇ ਚੇਲੇ ਸਾਥੀ ਚੱਕ ਕੇ ਕਾਲੇ ਸਿੰਘਾਂ ਲੈ ਗਏ ਸੀ, ਉੱਥੇ ਇਹਦਾ ਸੰਸਕਾਰ ਹੋਇਆ। ਉਹ ਜਿਹੜੀ ਭੀੜ ਆ ਉਹ ਹੁਣ ਉੱਥੇ ਭਾਈ ਕੀ ਡਰੋਲੀ ਆ, ਕੁਝ ਹੋਰ ਵੀ ਵਸਤੂਆਂ ਹੈਗੀਆਂ। ਅਤੇ ਮਹਾਰਾਜ ਨੇ ਕਿਹਾ ਸੀ ਵੀ ਇਹਦੇ ਪਰਿਵਾਰ ਦਾ ਉਹ ਪੜ੍ਹ ਨਹੀਂ ਸਕੂਗਾ, ਉਹ ਡਰਦੇ ਪੜ੍ਹਦੇ ਨਹੀਂ ਹੈਗੇ। ਸੋ ਇਸ ਵਾਸਤੇ ਇਹ ਹੈ ਕਿ ਇਸ ਤਰ੍ਹਾਂ ਜਿਹੜਾ ਗੁਰੂ ਘਰ ਵਿੱਚ ਕੋਈ ਹੇਰਾ ਫੇਰੀ ਕਰਦਾ ਹੈ ਅਤੇ ਫਿਰ ਉਹ ਆਪਣੇ ਕਰਮ ਦਾ ਫਲ ਵਗੈਰਾ ਵੀ ਭੋਗਣਾ ਹੀ ਪੈਂਦਾ ਹੈ। ਇਹ ਅੰਤਰਜਾਮੀ ਦਾ ਘਰ ਆ, ਪਰ ਅਸੀਂ ਹਟਦੇ ਨਹੀਂ। ਉਹ ਹੁਣ ਮਹਾਰਾਜ ਦਾ ਸਮਾਗਮ ਚੱਲਦਾ ਰਿਹਾ ਆਨੰਦਪੁਰ। ਮਲਵਈਆਂ ਨੇ ਕਿਹਾ ਵੀ ਮਹਾਰਾਜ ਤਾਂ ਛੁੱਟੀ ਨਹੀਂ ਦਿੰਦੇ। ਇਹਨੇ ਵੇਖ ਸਕੀਮ ਕੱਢੀ, ਇੱਕ ਜਣੇ ਨੂੰ ਮੁਰਦਾ ਬਣਾ ਕੇ ਸੀੜੀ 'ਤੇ ਪਾ ਲਓ। ਸੀੜੀ ਬੜੀ ਸੋਹਣੇ ਰੰਗ ਬਿਰੰਗੀ ਜੇ ਤਿਆਰ ਕਰ ਲਈ, ਆਲੇ ਦੁਆਲੇ ਹਾਰ ਹੂਰ ਜਿਹਾ ਟੰਗ ਲੈ, ਕੱਫਣ ਛੁੱਫਣ ਪਾ ਲਿਆ, ਅਤੇ ਅੰਗਾਂ ਦਾ ਇੱਕ ਚੌਰ ਜਿਹਾ ਲੈ ਲਿਆ, ਅਤੇ ਫੁੱਲੀਆਂ ਮਖਾਣੇ ਜਿਹਾ ਵਿੱਚ ਪੈਸੇ ਪੂਸੇ ਵੀ ਰਲਾ ਲੈ, ਅਤੇ ਬਣਾ ਕੇ ਨਾ ਮੁਰਦਾ ਫਰਜੀ ਅਤੇ ਚੱਕ ਕੇ ਤੁਰ ਪੈ ਕਿ ਮੋਹਰੇ ਬੈਂਡ ਵਾਜਾ ਵੀ ਵਜਾਉਣ ਅਤੇ ਰਾਮ ਰਾਮ ਸਾਦਾ ਹੈ, ਗੁਰਮੁਖ ਜਾਣੋ ਸਵਾਰ ਦਰਗਹਿ ਚੱਲਿਆ, ਪੜ੍ਹਦੇ ਜਾਣ। ਮਹਾਰਾਜ ਤੁਹਾਨੂੰ ਜਾਣੇ ਜਾਣ ਕਿ ਉਵੇਂ ਤਾਂ ਛੁੱਟੀ ਮਿਲਦੀ ਨਹੀਂ, ਇਵੇਂ ਕਿਵੇਂ ਨਿਕਲ ਚੱਲਦੀ। ਦੇਖੋ ਦਸਮ ਪਾਤਸ਼ਾਹ ਨਾਲ 420 ਕਰਦੇ ਰਹੇ, ਹਾਂਜੀ, ਅੰਤਰਜਾਮੀ ਨਾਲ। ਅਤੇ ਮਹਾਰਾਜ ਦੀਵਾਨ ਲਗਾਇਆ ਸੀ, ਪਰੇ ਪਰੇ ਜਾਣ। ਮਹਾਰਾਜ ਕਹਿੰਦੇ ਵੀ ਆਹ ਰੌਲਾ ਜਿਹਾ ਪੈ ਰਿਹਾ, ਗੱਲ ਕੀ ਹੈ? ਕਹਿੰਦੇ ਮਹਾਰਾਜ ਫਿਰ ਕੋਈ ਸਿੰਘ ਚੜ੍ਹਾਈ ਕਰ ਗਿਆ, ਉਹਦਾ ਬਵਾਨ ਲੈ ਕੇ ਜਾ ਰਹੇ ਆ। ਮਹਾਰਾਜ ਕਹਿੰਦੇ ਹੱਦ ਹੋ ਗਈ, ਕਿ ਸਾਡਾ ਸਿੰਘ ਹੋਵੇ ਸਾਨੂੰ ਬਿਨਾਂ ਦੱਸੇ ਲੈ ਗਏ। ਅਸੀਂ ਸਗੋਂ ਆਪ ਇਸ਼ਨਾਨ ਕਰਾਉਂਦੇ, ਆਪ ਵਸਤਰ ਬਣਾਉਂਦੇ, ਅਤੇ ਆਪ ਫਿਰ ਬਵਾਨ 'ਤੇ ਸਜਾਉਂਦੇ, ਅਤੇ ਕੱਫਣ ਕੁੱਫਣ ਵੀ ਆਪ ਦਿੰਦੇ, ਅਤੇ ਚਿਖਾ ਵੀ ਆਪ ਤਿਆਰ ਆਪਣੀ ਦੇਖ ਰੇਖ ਕਰਾਉਂਦੇ, ਬਾਕੀ ਕਿਰਿਆ ਵੀ ਕਰਦੇ, ਅਤੇ ਸਾਨੂੰ ਬਿਨਾਂ ਦੱਸੇ ਲੈ ਚੱਲੇ। ਅਤੇ ਸਿੰਘਾਂ ਨੂੰ ਕਿਹਾ ਵੀ ਲਿਆਓ, ਘੇਰ ਕੇ ਲਿਆਓ। ਉਹ ਕਹਿੰਦੇ ਨਹੀਂ ਮਹਾਰਾਜ, ਇਹ ਇਸ ਤਰ੍ਹਾਂ ਨਹੀਂ ਹੈ, ਹੁਣ ਇਹ ਬਸਗਨੀ ਹੋਊਗੀ, ਹੁਣ ਆਪਾਂ ਸ਼ਮਸ਼ਾਨ ਘਾਟ ਵੱਲ ਲਿਜਾ ਰਹੇ ਹਾਂ। ਕਹਿੰਦੇ ਨਹੀਂ ਵੀ ਮਹਾਰਾਜ ਦਾ ਹੁਕਮ ਹੈ, ਵੀ ਮਹਾਰਾਜ ਸਗੋਂ ਤੇ ਦ੍ਰਿਸ਼ਟੀ ਪਾ ਦੇਣਗੇ, ਅਤੇ ਜੇ ਕੋਈ ਗਲਤੀ ਫਲਤੀ ਉਹ ਮਾਫ ਹੋ ਜਾਏਗੀ। ਮੈਂ ਵੀ ਨਹੀਂ, ਸਾਨੂੰ ਹੁਕਮ ਹੈ। ਉਹ ਹੁਣ ਤਿਆਰ ਪਰ ਤਿਆਰ ਸਿੰਘ ਸੀ, ਲੈ ਗਏ ਲਿਜਾ ਕੇ ਰੱਖ। ਕਹਿੰਦੇ ਵੀ ਕੀ ਗੱਲ ਹੋਈ? ਅਸੀਂ ਮਹਾਰਾਜ ਜੀ ਆਪ ਜੀ ਦਾ ਸੇਵਕ ਚੜ੍ਹਾਈ ਕਰ ਗਿਆ ਸੀ, ਅਤੇ ਸੰਸਕਾਰ ਲਈ ਚੱਲੇ ਸੀ। ਮਹਾਰਾਜ ਕਹਿੰਦੇ ਸਾਡਾ ਸੇਵਕ ਸੀ, ਸਾਨੂੰ ਬਿਨਾਂ ਦੱਸੇ ਰਹਿ ਚਲੇ, ਅਤੇ ਸਾਡਾ ਵੀ ਤਾਂ ਫਰਜ਼ ਸੀ ਨਾ, ਇਹਦੀ ਸਾਰੀ ਕਿਰਿਆ ਕੁਰਿਆ ਆਪ ਆਪਣੀ ਦੇਖ ਰੇਖ 'ਚ ਕਰਾਉਂਦੇ, ਕੜਾਹ ਪ੍ਰਸ਼ਾਦ ਕਰਦੇ, ਸਾਰਾ ਅਰਦਾਸਾ ਵਗੈਰਾ ਸਾਰਾ, ਅਤੇ ਬਾਅਦ ਵਿੱਚ ਕਿਰਿਆ ਕਰਾ ਕੇ ਅਲਾਣੀਆਂ ਵਗੈਰਾ ਪਾਠ ਵੀ ਆਰੰਭ ਕਰਾਉਂਦੇ, ਸਾਰਾ ਕਿਰਿਆ ਜੋ ਮਰਜ਼ਾਦਾ ਕਰਦੇ, ਕੀਰਤਨ ਸੋਲਾ ਜੋ ਵੀ ਹੈ। ਅਤੇ ਮਹਾਰਾਜ ਅਸੀਂ ਕਿਹਾ ਤੁਹਾਨੂੰ ਖੇਚਲ ਕਾਹਲੇ ਦੇਣੀ ਹੈ? ਮਹਾਰਾਜ ਕਹਿੰਦੇ ਸਾਨੂੰ ਵੀ ਤਾਂ ਖੇਚਲ ਕਾਹਲੀ ਹੈ। ਕੋਈ ਬੰਦੇ ਦਾ ਇੱਕ ਜਨਮ ਦਿਨ ਹੁੰਦਾ, ਮਰਨ ਦਾ 2 ਦਿਨ ਤਾਂ ਜ਼ਿੰਦਗੀ 'ਚ ਆਉਂਦੇ ਆ, ਉਦੋਂ ਤਾਂ ਬੈਰੀ ਵੀ ਇਕੱਠੇ ਹੋ ਜਾਂਦੇ ਹੁੰਦੇ ਆ, ਰਿਸ਼ਤੇਦਾਰ ਰੁੱਸੇ ਵੀ ਮੰਨ ਜਾਂਦੇ ਆ। ਇਹ ਤਾਂ ਗੱਲ ਚੰਗੀ ਨਹੀਂ ਨਾ ਹੈ। ਉਹ ਹੁਣ ਰਖਾ ਲਿਆ, ਫਿਰ ਖਾਇਆ, ਅਤੇ ਇੱਕ ਸਿੰਘ ਨੂੰ ਮਲਕ ਦੇਣੇ ਕੰਨ 'ਚ ਕਿਹਾ,
भाई लंगर चों बलदा चौथा लै, वो लिया के जिले थले लिया तो बुड़ गया है भज्या। कहती की गल, वो मुर्दा फर्जी बना के लै चल क्यों, मैंने छुट्टी मिलती नहीं, एवं खिसक चलीए। महाराज कहते लिजाण लै जाते, पर घर जाके लोगों को यही दसना जी भी गुरु महाराज किहड़े अंतरजामी। कहते गुरु घर अखां च घट्टा पा के चले। गुरु नानक की गद्दी की निंदिया होनी सी, वो निंदिया करना तुसीं होर पापी बन जाना सी। एक तो पाप किया हेरा फेरी वाला, ये के होना सी। तो महाराज कहते भी तुसीं इहो जिहियां हेरा फेरियां क्यों करदे, इस तरह दे लो करते रहे। बंदा उमें कह साडा गुरु, तो इस तरह लोग हेरा फेरियां करते हैं, क्यों की लैणगे। महाराज कहते तो तां कीता कि नहीं तो कहना जी लो जी महाराज किहड़े अंतरजामी हैं, उतों लैके आ गए। कोई गां इस तरह की हेरा फेरी ना करिया करो, जाना जाना जाओ रहना रहो। ये तो गुरु नानक का खड़ा एक गया एक होर खड़ा है, घर बंद होने वाला थोड़ी कि तुसीं कहो तुहाडे सिर ते ये गुरु घर चलन दिया। ये तो महाराज का घर है, वो आपे ही चलाउण वाले है। इस करके महाराज दसदे हन, जे तेरी मेहर की नज़र होवे फिर सुख पाईदा, हेरा फेरियां करने ना सुख की प्राप्ति नहीं हुंदी है। नानक शब्द विचार, महाराज कहते जिन्हों ने गुरु के शब्द की विचार नूं ग्रहण करके उहदे अनुकूल जीवन बना लिया, वो बख्शिश के पात्र बन गए। क्योंकि शब्द की जिहड़ी विचार है वो ही कल्याणकारी है। अज तो हम शब्द ही बदलने शुरू कर देते, तो जदों एक भी अखर बदल देंगे अर्थ बदल जाएगा कि नहीं। करते कीमत करता जाना, कह जाने गुर सूरा। पाठ हैगा करते कीमत करता जाने, कह जाने गुर सूरा। एक लाम बदल दी, के जाने गुर सूरा। अर्थ का अनर्थ हो गया कि नहीं। जे तो पाठ है करते कीमत करता जाने, कह जाने गुर सूरा। जां तो गुरु जानदा जां परमेश्वर जानदा। तो जे कह दी जगह के करता फिर हो गया कि गुरु सूरमा की जानदा, बन गया कि नहीं। अखर वो ही होंगे GOD, ये तो बन गया गॉड। तो जे डी मोरे लै जे जी पिछे लै जे, पहले तो गॉड बनया, GOD गॉड बन गया। जे डी मोरे लै दी फिर डॉग बन गया। अखर बदल दिता, अर्थ का अनर्थ बन गया कि नहीं। कि गुरु ग्रंथ साहब जो महाराज आप लिख गए, आप करते पुरख निरंकार है, उन्हां दी बाणी दा कोई अखर लग मात्र बदलदा किसी नूं अधिकार की है। जदों आपां ये मनते हैं कि गुरु पूरे है, पढ़ते भी हैं पूरे का किया सब कुछ पूरा, घट वध किश ना है, तो फिर बंदे की अकल वड्डी है कि गुरु महाराज वड्डे है। अज हुण देख लो संसार किन्ना सियाणा बनता जा रहा। महाराज कहते बहुत सियाणप जम का भौ व्याप है, चतराई ना चतुरभुज पाइए। सहज सियाणपा लख होए तां एक ना चलै नाल, भोले भाए मिले रग राया। ये सियाणपा इत्थे नहीं चलदियां, पर अज दा इंसान गुरु नालों भी सियाणा बनन लग पिया कि आह कमी रह गई असीं पूरी करन लगे हैं। ये माड़े भागां की निशानी है। गुर कहया साकार कमावहो, गुर की करनी काहे धावहो। पातशाह कहते फिर बोल भाई पंक्ति, नानक शब्द विचार, पातशाह कहते जड़ा शब्द शुद्ध पढ़ना और उसकी विचार भी शुद्ध तां ही होएगी। जे पाठ गलत हो गया तो विचार सही किवें रहूगी।
ਆਪਣੀ ਮਨਮਰਜ਼ੀ ਦੇ ਨਾਲ ਕੋਈ ਕਹੇ ਮੈਂ ਅਦਲ ਬਦਲ ਕਰ ਦਿਆਂ, ਇਹ ਕਿਵੇਂ ਹੋ ਸਕਦਾ। ਸੋ ਇਸ ਵਾਸਤੇ ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਅਕਾਲੀ ਧੁਰ ਕੀ ਬਾਣੀ ਹੈ। ਕਿਸੇ ਨੂੰ ਵੀ ਕੋਈ ਵੱਡਾ ਛੋਟਾ ਕੋਈ ਵੀ ਕੋਈ ਅਧਿਕਾਰ ਨਹੀਂ ਕਿ ਬਾਣੀ ਵਿੱਚ ਹਸਤਾਖੇਪ ਕਰ ਸਕੇ। ਕਈ ਜਗ੍ਹਾ ਲਿਖਿਆ ਸੁਧ ਜਾਂ ਸੁਧ ਕੀ ਚੀਜ਼। ਮਹਾਰਾਜ ਜਦੋਂ ਲਿਖਾਉਂਦੇ ਸੀ ਭਾਈ ਗੁਰਦਾਸ ਨੂੰ, ਫਿਰ ਉਹ ਸੁਧਾਈ ਕਰਦੇ ਸੀ, ਉੱਥੇ ਸੁਧ ਲਿਆਂਦੇ ਮੋਹਰ ਲਾਉਂਦੇ ਸੀ, ਸੁਧ ਕੀਤੀ ਸੁਧ ਕੀਤੀ। ਕਿਸੇ ਨੂੰ ਕੋਈ ਆਗਿਆ ਨਹੀਂ ਆਪਣੀ ਮਰਜ਼ੀ ਦੇ ਨਾਲ ਅਦਲ ਬਦਲ ਕਰੇ। ਜੇ ਹੁਣ ਭਾਈ ਕੋਈ ਹੱਥ ਨਾਲ ਲਿਖਦਾ ਕੋਈ ਗਲਤੀ, ਉਹ ਤਾਂ ਸੁਧਾਈ ਹੁੰਦੀ ਹੈ। ਤੇ ਜੇ ਹੁਣ ਕਹੀਏ ਕਿ ਸੁਧ ਨੂੰ ਅਸ਼ੁੱਧ ਬਣਾਇਆ ਜਾਏ, ਉਹ ਤਾਂ ਫਿਰ ਗਲਤ ਹੈ ਨਾ। ਦੁੱਧ ਅੰਮ੍ਰਿਤ ਹੈ, ਉਹ 'ਚ ਜ਼ਹਿਰ ਪਾਈਏ ਅਤੇ ਮੌਤ ਦਾ ਕਾਰਨ ਹੈ, ਉਵੇਂ ਪੀਓ ਜੀਵਨ ਹੈ। ਜਦੋਂ ਮਹਾਰਾਜ ਦਾ ਸਰੂਪ ਤਿਆਰ ਕੀਤਾ, ਲਾਹੌਰ ਜਲਦ ਬੰਨਣ ਵਾਸਤੇ ਭਾਈ ਬੰਨੂ ਆਦਿਕ ਸਿੱਖਾਂ ਨੂੰ ਭੇਜਿਆ ਸੀ। ਭਾਈ ਬੰਨੂ ਸਾਹਿਬ ਨੇ ਕਰਤਾਰਪੁਰ ਵਾਲਾ ਸਰੂਪ ਦੀ ਜਲਦ ਬਣਾਈ, ਹੋਰ ਬਹੁਤ ਸਾਰੇ ਲਿਖਾਰੀ ਲਾ ਕੇ ਅਤਾਰਾ ਕਰ ਲਿਆ। ਉਹਦੇ 'ਤੇ ਕੁਝ ਸ਼ਬਦ ਵਾਧੂ ਲਿਖ ਦਿੱਤੇ। ਹੁਣ ਮਹਾਰਾਜ ਨੇ ਸੂਰਦਾਸ ਦਾ ਸ਼ਬਦ ਲਿਖਿਆ ਸੀ, ਛਾੜ ਮਨ ਹਰ ਮੁਖਣ ਕੋ ਸੰਗ, ਹੁਣ ਪੂਰਾ ਸ਼ਬਦ ਲਿਖਤਾ। ਰਣ ਝੁੰਝਣਾ ਗਾਵੋ ਸਖੀ, ਇਹ ਸ਼ਬਦ ਪੂਰਾ ਲਿਖਤਾ। ਇਸ ਤਰ੍ਹਾਂ ਰਤਨਮਾਲਾ 35 ਅੱਖਰੀ ਜਾਂ ਹੋਰ ਬਾਣੀਆਂ ਵਿੱਚ ਲਿਖਤੀਆਂ ਸ਼ਬਦ ਲਿਖਤੇ। ਜਿਹੜੇ 2 ਸਰੂਪ ਲਿਆਂਦੇ, ਮਹਾਰਾਜ ਕਹਿੰਦੇ ਬੰਨੂਆ ਦੂਜਾ ਸਰੂਪ, ਕਹਿੰਦੇ ਮਹਾਰਾਜ ਅਸੀਂ ਤੇ ਅਦਾਰਾ ਕਰ ਲਿਆ ਸੀ। ਜਿਹੜੇ ਮਹਾਰਾਜ ਨੇ ਦੇਖਿਆ ਤੂੰ ਇੱਕ ਸ਼ਬਦ ਵਾਧੂ, ਕਹਿੰਦੇ ਤੂੰ ਤਾਂ ਬਾਣੀ ਵਿੱਚ ਖਾਰ ਪਾ ਦਿੱਤੀ। ਉਸ ਬੀੜ ਦਾ ਨਾਂ ਰੱਖਿਆ ਖਾਰੀ ਬੀੜ। ਉਹ ਬੀੜ ਕਿਤੇ ਪ੍ਰਕਾਸ਼ ਨਹੀਂ ਹੋਈ, ਉਹਨਾਂ ਦੇ ਪਰਿਵਾਰ ਕੋਲੇ ਹੀ। ਤੇ ਵਾਧੂ ਬਾਣੀ ਤੂੰ ਗੁਰੂ ਨਾਨਕ ਦੀ ਬਾਣੀ 'ਚ ਆਪਣੀ ਮਰਜ਼ੀ ਨਾਲ ਵਾਧੂ ਕਿਵੇਂ ਲਿਖ ਦਿੱਤੀ। ਇਹ ਖਾਰ ਪਾ ਦਿੱਤੀ ਹੈ, ਉਹਦਾ ਨਾਂ ਖਾਰੀ ਬੀੜ ਹੋ ਗਿਆ। ਤੇ ਬੀੜ ਜੋ ਮਹਾਰਾਜ ਬਣਾ ਗਿਆ, ਕੋਈ ਇਹਦੇ 'ਚ ਵਾਧੂ ਪਾ ਨਹੀਂ ਸਕਦਾ ਤੇ ਕੋਈ ਘਟਾ ਨਹੀਂ ਸਕਦਾ। ਇਸ ਵਾਸਤੇ ਸਤਸੰਗੀਓ, ਇਹ ਸੰਗਤ ਨੂੰ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ। ਜਿਹਦੇ ਆਸਰੇ ਆਪਾਂ ਤੁਰੇ ਫਿਰਦੇ ਹਾਂ, ਸਾਰੀਆਂ ਬਰਕਤਾਂ ਲੈਂਦੇ ਹਾਂ। ਜੇ ਬਾਣੀ ਅਖੰਡ ਆ ਤੇ ਤੁਸੀਂ ਅਖੰਡ ਆ, ਤੇ ਜੇ ਬਾਣੀ ਦਾ ਖੰਡਨ ਕਰਾਂਗੇ ਤੇ ਸਾਡੀ ਸ਼ਕਤੀ ਸਾਰੀ ਖੇਰੂ ਖੇਰੂ ਹੋ ਜਾਏਗੀ। ਇਹ ਬਾਣੀ ਦੇ ਪ੍ਰਤਾਪ ਨਾਲ ਹੀ ਤਾਂ ਸਾਰਾ ਕੁਝ ਹੈ। ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਸ਼ਬਦ ਵਿਚਾਰਾਂ ਦੀ ਰਹਿੰਦੀ ਪੰਕਤੀ ਪੜ੍ਹਦੇ। ਮਨਮੁਖ ਭੁੱਲੇ ਪਜ ਹੋਏ, ਜਿਹੜੇ ਮਨਮੁਖ ਉਹ ਅਗਿਆਨ ਦੇ ਬਸ ਆਪਣੇ ਉਹ ਤਾਂ ਗਿਆਨੀ ਹੁੰਦੇ ਆ, ਭੁੱਲੇ ਪਏ ਹਨ। ਉਬਰੇ ਗੁਰ ਵਿਚਾਰ, ਪਾਚਨ ਹੋਏ ਸੜਦੇ ਹੋਏ ਈਰਖਾ ਦੀ ਅੱਗ ਵਿੱਚ ਮਰ ਜਾਂਦੇ ਹਨ। ਪਰ ਬਚਦਾ ਕੌਣ ਆ? ਜੋ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਅਨੁਕੂਲ ਹੋ ਕੇ ਤੁਰਦਾ, ਜਿਹੜੀ ਆਪਣੀਆਂ ਮਨਮਤਾਂ ਕਰਦਾ ਹੈ, ਉਹ ਸੜ ਕੇ ਈਰਖਾ ਦੀ ਅੱਗ ਵਿੱਚ ਮਰ ਜਾਂਦਾ ਹੈ। ਜੇ ਪੁਰਖ ਨਦਰ ਨਾ ਆਵੈ, ਜਿਨ੍ਹਾਂ ਨੂੰ ਪੂਰਨ ਪੁਰਖ ਨਜ਼ਰ ਨਹੀਂ ਆਉਂਦੇ, ਆਪਣੇ ਆਪ ਨੂੰ ਸਿਆਣਾ ਸਮਝਦੇ ਹਨ। ਇਸ ਕਾ ਕਿਆ ਕਰ ਕਹਿਆ ਉਹਦੇ ਜਾਏ, ਕੀਤੇ ਨੂੰ, ਉਹਦੀਆਂ ਗੱਲਾਂ ਨੂੰ ਕੀ ਕਹਿ ਕੇ ਕਿਹਾ ਜਾਏ? ਮੂਰਖ ਹੀ ਕਿਹਾ ਜਾਏਗਾ। ਬਲਿਹਾਰੀ ਗੁਰ ਆਪਣੇ, ਅਸੀਂ ਆਪਣੇ ਸਤਿਗੁਰਾਂ ਤੋਂ ਜੋ ਪੂਰਨ ਹਨ ਬਲਿਹਾਰ ਜਾਂਦੇ ਹਾਂ। ਜਿਨ ਹਿਰਦੈ ਦਿੱਤਾ ਦਿਖਾਏ, ਜਿਨ੍ਹਾਂ ਨੇ ਕਿਰਪਾ ਕਰਕੇ ਹਿਰਦੇ ਵਿੱਚ ਹੀ ਸਾਰਾ ਕੁਝ ਦਿਖਾ ਦਿੱਤਾ ਹੈ। ਇਹ ਸਤਸੰਗੀਓ ਪਰਮ ਪਵਿੱਤਰ ਬਾਣੀ ਦੇ ਵਿਚਾਰ ਹਨ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਪਵਿੱਤਰ ਵਿਚਾਰ ਸਾਡੇ ਹਿਰਦੇ ਵਿੱਚ ਨਿਵਾਸ ਕਰਨ, ਔਰ ਏਕ ਓਂਕਾਰ ਤੋਂ ਲੈ ਕੇ 18 ਦਸਵੀਸ ਤੱਕ ਗੁਰੂ ਮਹਾਰਾਜ ਦੀ ਬਾਣੀ ਨੂੰ, ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਐਸੀ ਸ਼ਰਧਾ ਧਾਰਨਗੇ ਇਹ ਤਾਂ ਮਹਾਰਾਜ ਦੀਆਂ ਬਖਸ਼ਾਂ ਮਿਲਣਗੀਆਂ। ਤੇ ਜੇ ਸ਼ਰਧਾ ਵਿਸ਼ਵਾਸ ਵਿੱਚ ਕਰਮ ਆ ਗਿਆ ਤੇ ਪੱਲੇ ਵੀ ਕੀ ਪੈਣਾ। ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ
ਤਤ ਗਿਆਨ ਤੇ ਸਮਨ ਪ੍ਰਗਟਾ। ਇਸ ਵਾਸਤੇ ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਪ੍ਰਬੰਧਕਾਂ ਦਾ, ਸੰਗਤਾਂ ਸਮੂਹ ਸੇਵਾਦਾਰਾਂ ਦਾ ਵੀ ਮਹਾਰਾਜ ਮਿਹਰ ਕਰਨ, ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਕੱਲ੍ਹ ਜੇਠ ਦੀ ਸੰਗਰਾਂਦ ਦਾ ਪੁਰਬ ਸੀ। ਕੱਲ੍ਹ ਹੈ ਰਾਜਾ ਸੰਸੀ ਧੰਨ ਧੰਨ ਬਾਬਾ ਜੀਵੰਤ ਸਿੰਘ ਜੀ ਮਹਾਰਾਜ ਬ੍ਰਹਮ ਗਿਆਨੀ। ਉਹਨਾਂ ਦੇ ਪਵਿੱਤਰ ਸਥਾਨ 'ਤੇ ਫਿਰ ਸੰਗਤ ਵੱਲੋਂ ਕਾਫੀ ਵਿੱਚ ਸੀ ਅਤੇ ਉੱਥੇ ਫਿਰ ਹਾਜ਼ਰੀ ਭਰੀ ਹੈ ਅਤੇ ਮਹਾਂਪੁਰਖਾਂ ਦੀ ਐਸੀ ਉਹਨਾਂ ਦੀ ਕਮਾਈ ਹੈ। ਸੰਗਰਾਂਦ ਐਤਵਾਰ ਏਅਰਪੋਰਟ ਦੇ ਅੰਦਰ ਉਹ ਸਥਾਨ ਹੈ, ਗੁਰੂ ਕੇ ਨਿਸ਼ਾਨ ਝੁੱਲਦੇ ਹੈ। ਵਰਲਡ ਵਿੱਚ ਇੱਕੋ ਹੀ ਏਅਰਪੋਰਟ ਹੈ ਜਿੱਥੇ ਗੁਰੂ ਕੇ ਨਿਸ਼ਾਨ ਝੁੱਲ ਰਹੇ। ਉਹਨਾਂ ਦੀ ਤਪੱਸਿਆ ਦਾ ਫਲ ਹੈ, ਕਮਾਈ ਦਾ। ਅਤੇ ਸੰਗਤ ਦਾ ਹੜ੍ਹ ਆ ਜਾਂਦਾ ਸਵੇਰ ਤੋਂ ਸ਼ਾਮ ਤਾਈਂ, 5 ਵਜੇ ਰਹਿੰਦੇ, ਕਿਉਂਕਿ ਉਹਨਾਂ ਦੀਆਂ ਬਰਕਤਾਂ, ਨਾਮ ਬਾਣੀ ਨੂੰ ਲੋਕ ਅੱਜ ਵੀ ਨਮਸਕਾਰਾਂ ਕਰਦੇ ਆ। ਇਸ ਵਾਸਤੇ ਜਿਨ੍ਹਾਂ ਨੇ ਬਾਣੀ ਨੂੰ ਸਤ ਸਰੂਪ ਕਰਕੇ ਜਾਣਿਆ, ਔਰ ਮਹਾਂਪੁਰਖ ਕਹਿੰਦੇ ਜੇ ਸਾਨੂੰ ਪੁੱਛੋ ਇੱਕ ਇੱਕ ਅੱਖਰ ਗੁਰੂ ਨਾਨਕ ਸਾਹਿਬ ਦਾ ਸਰੂਪ ਹੈ। ਬੋਲੇ ਸੋ ਨਿਹਾਲ। ਬਾਬਾ ਆਨੰਦ ਸਿੰਘ ਔਰ ਬਾਬਾ ਜੀਵੰਤ ਸਿੰਘ ਫਿਰੋਜ਼ਪੁਰ ਛਾਉਣੀ ਦੇ ਵੱਲੋਂ ਪਰਨ ਕਰ ਲਿਆ ਅਤੇ ਧੰਨੇ ਨੇ ਭੋਗ ਲਵਾਇਆ, ਨਵੇਂ ਨੇ ਅਤੇ ਗੁਰੂ ਗ੍ਰੰਥ ਸਾਹਿਬ ਕਾ ਪ੍ਰਤੱਖ ਨੇ ਮਹਾਰਾਜ ਸਾਖਸ਼ਾਤ ਕਰਕੇ ਅਤੇ ਮਹਾਰਾਜ ਲੰਗਰ ਪਾਣੀ ਛਕਾਏ। ਆਸ਼ੀਰਵਾਦਾਂ ਉਹਨਾਂ ਨੇ ਲਈਆਂ। ਕਮਾਈ ਵਾਲੇ ਜਿਹੜੇ ਪੁਰਸ਼ ਹੈ ਚਲੇ ਜਾਂਦੇ ਸਰੀਰ ਕਰਕੇ, ਬਰਕਤਾਂ ਹਮੇਸ਼ਾ ਹੀ ਕਾਇਮ ਰਹਿੰਦੀਆਂ। ਸੋ ਇਸ ਵਾਸਤੇ ਮਹਾਰਾਜ ਮਿਹਰ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਪੰਥ ਵਿੱਚ ਏਕਤਾ, ਇਤਫਾਕ, ਪਿਆਰ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ